ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕੁਝ ਦਿਨ ਤੋਂ ਗੌੜੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 20 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 21ਵੀਂ ਔਰ ਲਾਸਟ ਪੌੜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 323 ਤੇ ਅੰਕਿਤ ਹੈ। 323 ਤੇ ਅੰਕਿਤ ਹੈ ਤੇ ਆਪਾਂ ਇਸ ਦੇ ਨਾਲ ਜੁੜਨ ਦਾ ਜਿਹੜਾ ਹੈ ਯਤਨ ਕਰਦੇ ਹਾਂ। ਸ਼ਲੋਕ ਮਹਿਲਾ ਪੰਜਵਾਂ। ਤਿਨਾ ਭੁੱਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ। ਤਿਨਾ ਦਾ ਮਤਲਬ ਉਹਨਾਂ ਨੂੰ, ਕਾ ਦਾ ਮਤਲਬ ਕੋਈ, ਕਿਸੇ ਵੀ ਕਿਸਮ ਦੀ, ਜਿਸ ਮਨੁੱਖ ਦੇ ਸਿਰ ਤੇ ਪ੍ਰਭੂ ਰਾਖਾ ਹੈ ਉਹਨਾਂ ਨੂੰ ਕੋਈ ਮਾਇਆ ਆਦਿਕ ਦੀ ਭੁੱਖ ਨਹੀਂ ਰਹਿ ਜਾਂਦੀ। ਜਿਨ੍ਹਾਂ ਦਾ ਪ੍ਰਭੂ ਹੈ, ਜਿਨ੍ਹਾਂ ਨੇ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਈ ਹੈ, ਉਹਨਾਂ ਦੇ ਜੀਵਨ ਵਿੱਚ ਮਾਇਆ ਆਦਿਕ ਦੀ ਵਿਕਾਰਾਂ ਦੀ ਭੁੱਖ ਨਹੀਂ ਰਹਿ ਜਾਂਦੀ। ਆਮ ਜੋ ਬੰਦਾ ਹੈ ਉਹ ਦੁਨੀਆ ਦੇ ਅੰਦਰ ਵਿਕਾਰੀ ਜ਼ਿੰਦਗੀ ਜੀਂਦਾ ਹੈ ਤੇ ਵਿਕਾਰ ਕਮਾ ਕੇ ਕਦੇ ਰੱਜਦਾ ਨਹੀਂ। ਨਿੰਦਾ ਸੁਣ ਕੇ ਬੰਦੇ ਦਾ ਕਦੇ ਵੀ ਰਜੇਵਾਂ ਨਹੀਂ ਹੋਇਆ। ਇਹ ਚਾਹੁੰਦਾ ਹੀ ਹੈ ਕਿ ਹੋਰ ਕੁਛ ਮੈਂ ਸੁਣਨ ਨੂੰ ਮਿਲੇ ਤਾਂ ਮੈਂ ਸੁਣਦਾ ਰਹਾਂ। ਕਦੇ ਵੀ ਬੰਦਾ ਕਿਸੇ ਨੂੰ ਇਹ ਮਨਾ ਨਹੀਂ ਕਰਦਾ ਕਿ ਤੂੰ ਨੈਗੇਟਿਵ ਬੋਲ ਨਾ ਬੋਲ ਜਾਂ ਕਿਸੇ ਦੀ ਬਦਖੂਈ ਮੇਰੇ ਸਾਹਮਣੇ ਨਾ ਕਰ। ਕੁਛ ਵਿਰਲੇ ਲੋਕ ਹੁੰਦੇ ਨੇ ਜੋ ਮਨਾ ਕਰਦੇ ਨੇ, ਨਹੀਂ ਤਾਂ ਆਮ ਆਦਮੀ ਇਹ ਚੀਜ਼ਾਂ ਸੁਣ ਕੇ ਖੁਸ਼ ਹੁੰਦਾ। ਭੁੱਖ ਹਮੇਸ਼ਾ ਬਣੀ ਰਹਿੰਦੀ ਹੈ ਮੈਂ ਕਿਸੇ ਬਾਰੇ ਕੁਛ ਜਾਣਾ। ਮਾੜਾ ਬੋਲ ਕੇ, ਵਿਕਾਰੀ ਬੋਲ ਕੇ, ਝੂਠ ਬੋਲ ਕੇ, ਕਿਸੇ ਦੀ ਬਦਖੂਈ ਕਰਕੇ ਬੰਦਾ ਆਮ ਜੋ ਹੈ ਰੱਜਦਾ ਨਹੀਂ। ਬਹੁ ਗਿਣਤੀ ਜੋ ਲੋਕ ਨੇ ਉਹ ਕੋਈ ਨਾ ਕੋਈ ਸਮੱਸਿਆ ਦੀ ਗੱਲ ਕਰਨਗੇ, ਨੈਗੇਟਿਵ ਬੋਲਣਗੇ, ਝੂਠ ਬੋਲਣਗੇ, ਹੰਕਾਰ ਵਾਲੇ ਬੋਲ ਬੋਲਣਗੇ ਔਰ ਬੰਦਾ ਰੱਜਦਾ ਨਹੀਂ। ਮਾੜਾ ਵੇਖ ਕੇ ਹਰ ਪਾਸੇ ਈਰਖਾ ਦੀ ਨਜ਼ਰ ਨਾਲ, ਮਾੜੀ ਨਜ਼ਰ ਦੇ ਨਾਲ, ਪਰ ਤਨ ਰੂਪ ਨੂੰ ਮਾੜੀ ਨਜ਼ਰ ਨਾਲ ਤੱਕ ਕੇ ਬੰਦਾ ਰੱਜਿਆ ਨਹੀਂ, ਤ੍ਰਿਪਤੀ ਨਹੀਂ ਆਈ, ਖੁਸ਼ੀ ਨਹੀਂ ਆਈ ਜ਼ਿੰਦਗੀ ਵਿੱਚ। ਆਮ ਜੋ ਬਹੁ ਗਿਣਤੀ ਹੈ ਉਹਦੇ ਵਿੱਚ ਠੱਗੀਆਂ ਠੋਰੀਆਂ ਜਾਂ ਮਾੜੇ ਕਰਮ ਕਰਕੇ, ਜੋ ਮਾੜੇ ਕਰਮ ਕਰਨ ਵਾਲੇ ਨੇ ਕਦੇ ਉਹਨਾਂ ਦਾ ਤਿਆਗ ਨਹੀਂ ਕਰਦੇ ਔਰ ਫਿਰ ਐਸੇ ਕਰਮ ਕਰਕੇ ਉਹਨਾਂ ਦੀ ਜ਼ਿੰਦਗੀ ਵਿੱਚ ਰਜੇਵਾਂ ਵੀ ਨਹੀਂ ਆਉਂਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਸਿਰ ਤੇ ਸਾਈਂ ਪ੍ਰਭੂ ਹੈ, ਜਿਨ੍ਹਾਂ ਨੇ ਸ਼ੁਭ ਗੁਣਾਂ ਦੀ ਓਟ ਆਸਰਾ ਲਿਆ ਹੈ, ਉਹਨਾਂ ਨੂੰ ਫਿਰ ਵਿਕਾਰਾਂ ਦੀ ਭੁੱਖ ਨਹੀਂ ਰਹਿੰਦੀ। ਉਹਨਾਂ ਦੀ ਜ਼ਿੰਦਗੀ ਵਿੱਚ ਤ੍ਰਿਪਤੀ ਆ ਜਾਂਦੀ ਹੈ। ਉਹਨਾਂ ਦੇ ਜੀਵਨ ਵਿੱਚ ਸੁੱਖ ਸ਼ਾਂਤੀ, ਖੁਸ਼ੀ ਔਰ ਪ੍ਰਸੰਨਤਾ ਆ ਜਾਂਦੀ ਹੈ। ਜੋ ਸੱਚ, ਦਇਆ, ਪਿਆਰ, ਨਿਰਭੈਤਾ, ਨਿਰਵੈਰਤਾ ਨਾਲ, ਰੱਬੀ ਰਜ਼ਾ ਦੇ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਫਿਰ ਖੁਸ਼ੀ ਆ ਜਾਂਦੀ ਹੈ। ਉਹ ਹਰ ਪਾਸੇ ਹਰ ਵਕਤ ਖੁਸ਼, ਪ੍ਰਸੰਨ ਔਰ ਆਨੰਦ ਚਿੱਤ ਵਾਲੀ ਜ਼ਿੰਦਗੀ ਜੀਂਦੇ ਨੇ। ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ। ਇੱਥੇ ਲੱਗਿਆ ਨਹੀਂ ਪੜਨਾ, ਲੱਗਿਆ। ਲੱਗਿਆ ਦਾ ਮਤਲਬ ਹੋ ਜਾਏਗਾ ਜੋ ਲੱਗਾ ਹੋਇਆ ਹੈ ਤੇ ਲੱਗਿਆ ਦਾ ਮਤਲਬ ਹੈ ਲੱਗਣ ਕਰਕੇ। ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ। ਸਭੋ ਕੋਏ ਦਾ ਮਤਲਬ ਹਰ ਇਨਸਾਨ, ਕੋਈ ਵੀ ਇਨਸਾਨ ਹੈ। ਉਧਰੈ ਦਾ ਮਤਲਬ ਉਹਦਾ ਉਧਾਰ ਹੋ ਜਾਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ, ਉਹਦੀ ਦੁੱਖਾਂ ਤੋਂ ਖਲਾਸੀ ਹੋ ਜਾਂਦੀ ਹੈ। ਪ੍ਰਭੂ ਦੀ ਚਰਣੀ ਲੱਗਿਆ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ, ਉਸ ਦਾ ਉਧਾਰ ਹੋ ਜਾਂਦਾ ਹੈ। ਔਰ ਇਹੀ ਉਧਾਰ ਹੈ ਵਿਕਾਰਾਂ ਤੋਂ ਬਚਣਾ। ਵਿਕਾਰਾਂ ਤੋਂ ਬਚਣਾ ਹੀ ਮੁਕਤੀ ਹੈ। ਜਿਵੇਂ ਅਸੀਂ ਇਹ ਗੱਲਾਂ ਬਹੁਤ ਵਾਰੀ ਵਿਚਾਰ ਚੁੱਕੇ ਹਾਂ ਕਿ ਮੁਕਤੀ ਕੀ ਹੈ? ਵਿਕਾਰਾਂ ਤੋਂ ਖੁਲਾਸੀ। ਉਸਤਤ ਨਿੰਦਿਆ ਨਾਹੇ ਜਿਹੇ, ਕੰਚਨ ਲਹੂ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਜਿਹੜਾ ਬੰਦਾ ਇਹਨਾਂ ਵਿਕਾਰਾਂ ਤੋਂ ਬਚਿਆ ਹੈ, ਜੋ ਕਿਸੇ ਦੀ ਝੂਠੀ ਬਦਖੂਈ ਨਹੀਂ ਕਰਦਾ, ਜੋ ਕਿਸੇ ਦਾ ਹੱਕ ਨਹੀਂ ਖਾਂਦਾ ਔਰ ਜੋ ਕਿਸੇ ਦੀ ਝੂਠੀ ਜਿਹੜੀ ਹੈ ਚਾਪਲੂਸੀ ਵੀ ਨਹੀਂ ਕਰਦਾ, ਜੋ ਸੱਚ ਨੂੰ ਸੱਚ ਔਰ ਝੂਠ ਨੂੰ ਝੂਠ ਕਹਿੰਦਾ ਹੈ ਔਰ ਦਸਾਂ ਨਵਾਂ ਦੀ ਕਿਰਤ ਕਮਾਈ ਕਰਦਾ ਹੈ, ਉਹ ਬੰਦਾ ਮੁਕਤ ਹੈ। ਉਹ ਇਹਨਾਂ ਵਿਕਾਰਾਂ ਤੋਂ ਬਚਿਆ ਹੋਇਆ ਹੈ। ਉਹ ਜੀਵਨ ਮੁਕਤੀ ਹਾਸਲ ਕਰਦਾ ਹੈ
ਤੇ ਜਿਸ ਦੀ ਜ਼ਿੰਦਗੀ ਵਿੱਚ ਵਿਕਾਰ ਨਹੀਂ, ਪਾਪ ਨਹੀਂ, ਅਪਰਾਧ ਨਹੀਂ, ਉਹਦੇ ਜੀਵਨ ਦੇ ਅੰਦਰ ਦੁੱਖ ਔਰ ਕਲੇਸ਼ ਵੀ ਨਹੀਂ ਹੈ। ਤੇ ਐਸੇ ਇਨਸਾਨ ਦਾ ਉद्धार ਹੋ ਜਾਂਦਾ ਹੈ। ਉਹ ਇਹਨਾਂ ਵਿਕਾਰਾਂ ਤੋਂ ਬਚ ਨਿਕਲਦਾ ਹੈ, ਜੋ ਪ੍ਰਭੂ ਦੀ ਚਰਨੀ ਲੱਗਦਾ ਹੈ। ਤੇ ਪ੍ਰਭੂ ਦੀ ਚਰਨੀ ਲੱਗਣ ਦਾ ਮਤਲਬ ਹੈ ਰੱਬੀ ਰਜ਼ਾ ਵਿੱਚ ਤੁਰਨਾ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਨਾ। ਮਹਿਲਾ ਪੰਜਵਾਂ, ਜਾਚਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ। ਜਾਚਕ ਦਾ ਮਤਲਬ ਮੰਗਤਾ, ਨਿਤ ਦਾ ਮਤਲਬ ਹਰ ਰੋਜ਼, ਕਬੂਲ ਦਾ ਮਤਲਬ ਪ੍ਰਵਾਨ। ਜਾਚਕ ਮੰਗੇ ਨਿਤ ਨਾਮ, ਜੋ ਇਨਸਾਨ ਨਿਤ ਹੀ ਹਰ ਪਲ ਹਰ ਸਮੇਂ ਮੰਗਤਾ ਬਣ ਕੇ, ਯਾਚਕ ਬਣ ਕੇ ਨਾਮ ਦੀ ਮੰਗ ਕਰਦਾ ਹੈ, ਤਾਂ ਸਾਹਿਬ ਉਹਦੀ ਅਰਦਾਸ ਕਬੂਲ ਕਰ ਲੈਂਦਾ, ਭਾਵ ਉਹਨੂੰ ਉਦਾਤ ਮਿਲ ਜਾਂਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਨਾਮ ਦਾ ਮਤਲਬ ਹੈ ਰੱਬੀ ਹੁਕਮ, ਨਾਮ ਦਾ ਮਤਲਬ ਹੈ ਰੱਬੀ ਗੁਣ। ਜਿਹੜਾ ਇਨਸਾਨ ਹੁਣ ਗੁਣ ਹੀ ਮੰਗਦਾ ਹੈ ਔਰ ਹੁਕਮ ਦੇ ਵਿੱਚ ਰਹਿਣ ਦੀ ਦਾਤ ਹੀ ਮੰਗਦਾ ਹੈ ਕਿ हे ਪ੍ਰਭੂ ਮੇਰੇ ਤੇ ਕਿਰਪਾ ਕਰਕੇ ਮੈਂ ਰੱਬੀ ਰਜ਼ਾ ਦੇ ਵਿੱਚ ਤੁਰਾਂ, ਰੱਬੀ ਰਜ਼ਾ ਵਿੱਚ ਮੈਂ ਤੁਰ ਸਕਾਂ, ਕੁਦਰਤ ਦੇ ਨਿਯਮਾਂ ਨੂੰ ਮੈਂ ਫਾਲੋ ਕਰ ਸਕਾਂ। ਜਿਹੜੇ ਗੁਣ ਨੇ, ਇੱਕ ਦਾ ਗੁਣ ਹੈ ਅੰਦਰੋਂ ਬਾਹਰੋਂ ਇੱਕ ਹੋਣਾ, ਹਰ ਇੱਕ ਦੇ ਨਾਲ ਇੱਕ ਜੈਸਾ ਚੰਗਾ ਪਿਆਰ ਭਰਿਆ ਵਤੀਰਾ ਕਰਨਾ, ਸੱਚ ਬੋਲਣਾ, ਸੱਚ ਸੁਣਨਾ, ਸੱਚ ਕਮਾਣਾ, ਸੱਚ ਦਾ ਸੰਗ੍ਰਹਿਣ ਕਰਨਾ, ਨਿਰਭਉ ਹੋਣਾ, ਨਾ ਡਰਨਾ ਨਾ ਡਰਾਣਾ, ਜੀਣਾ ਜੀਣ ਦੇਣਾ, ਨਿਰਵੈਰਤਾ ਵਾਲੀ ਜ਼ਿੰਦਗੀ, ਹਰ ਇੱਕ ਦੇ ਨਾਲ ਪਿਆਰ ਮੁਹੱਬਤ ਵਾਲਾ ਜੀਵਨ ਜੀਣਾ, ਔਰ ਦਸਾਂ ਨਵਾਂ ਦੀ ਆਪਣੀ ਧਰਮ ਦੀ ਇਮਾਨਦਾਰੀ ਦੀ ਕਿਰਤ ਕਰਨੀ, ਆਪਣੇ ਪੈਰਾਂ ਤੇ ਆਪ ਖੜਾ ਹੋਣਾ, ਪਸ਼ੂ ਬਿਰਤੀਆਂ ਤੋਂ ਬਚਣਾ, ਗਿਆਨ ਦੀ ਸਹੀ ਵਰਤੋਂ ਕਰਨੀ, ਵੰਡ ਕੇ ਛਕਣਾ, ਸੰਤੋਖ ਦੇ ਵਿੱਚ ਰਹਿਣਾ। ਜਿਹੜਾ ਇਹ ਚੀਜ਼ਾਂ ਮੰਗਦਾ ਹੈ ਕਿ ਮੈਨੂੰ ਇਹ ਚੀਜ਼ਾਂ ਮਿਲਣ, ਮੈਂ ਇਹਨਾਂ ਚੀਜ਼ਾਂ ਦਾ ਧਾਰਨੀ ਹੋਵਾਂ, ਤਾਂ ਪ੍ਰਭੂ ਦੀ ਅਰਦਾਸ ਕਬੂਲ ਕਰਦਾ ਹੈ, ਉਹਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਨੇ। ਹੁਣ ਉਹ ਪ੍ਰਭੂ ਜਿਹੜਾ ਅਰਦਾਸ ਕਬੂਲ ਕਰਨ ਵਾਲਾ ਹੈ, ਉਹ ਹੈ ਕਿੱਥੇ ਹੈ? ਇਹ ਚੀਜ਼ ਸਮਝਣ ਵਾਲੀ ਹੈ। ਘੱਟ ਘੱਟ ਮੈਂ ਹਰ ਜੂ ਵਸੈ, ਤੁਹਾਡੇ ਅੰਦਰ ਵਸ ਰਿਹਾ ਹੈ, ਮੇਰੇ ਅੰਦਰ ਵਸ ਰਿਹਾ ਹੈ। ਤੇ ਹੁਣ ਅੰਦਰੋਂ ਅਸੀਂ ਕੀ ਚੀਜ਼ ਮੰਗਦੇ ਹਾਂ, ਸੱਚ ਜਾਂ ਝੂਠ? ਜੇ ਆਪਣੇ ਆਪ ਤੋਂ ਸੱਚ ਮੰਗੋ ਕਿ ਮੈਂ ਸੱਚ ਬੋਲਣਾ ਚਾਹੁੰਦਾ, ਤਾਂ ਕੀ ਤੁਹਾਨੂੰ ਸੱਚ ਨਹੀਂ ਮਿਲੇਗਾ? ਮੈਂ ਪਿਆਰ ਨਾਲ ਰਹਿਣਾ ਚਾਹੁੰਦਾ, ਤਾਂ ਕੀ ਮੈਨੂੰ ਪਿਆਰ ਨਾਲ ਰਹਿਣਾ ਨਹੀਂ ਮਿਲੇਗਾ? ਮਿਲੇਗਾ, ਜੇ ਮੈਂ ਚਾਹਾਂਗਾ ਤਾਂ ਹੀ ਹੈ। ਤਾਂ ਇਹ ਵਚਨਬੱਧਤਾ ਹੈ। ਜਿਹੜਾ ਵੀ ਇਨਸਾਨ ਰੋਜ਼ ਹਰ ਸਮੇਂ ਪ੍ਰਭੂ ਦੇ ਹੁਕਮ ਰਜ਼ਾ ਭਾਣੇ ਗੁਣਾਂ ਦੀ ਗੱਲ ਕਰਦਾ, ਸੁਣਦਾ, ਬੋਲਦਾ ਔਰ ਜੀਵਨ ਐਸੀ ਜੀਵਨ ਦੀ ਜੁਗਤ ਮੰਗਦਾ ਹੈ, ਉਹਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ, ਭਾਵ ਉਹਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ। ਹੁਣ ਮਿਲੇਗੀ ਉਹੀ ਚੀਜ਼ ਜੋ ਮੰਗ ਰਹੇ ਹਾਂ। ਜੇ ਅਸੀਂ ਝੂਠ ਬੋਲਣਾ ਮੰਗਦੇ ਹਾਂ ਤੇ ਫਿਰ ਅਸੀਂ ਝੂਠ ਬੋਲਾਂਗੇ, ਕਿਉਂਕਿ ਸਾਨੂੰ ਝੂਠ ਦੀ ਦਾਤ ਮਿਲ ਜਾਣੀ ਹੈ, ਬੋਲੀ ਜਾਓ ਭਾਈ। ਈਰਖਾ ਕਰਨੀ ਹੈ ਤਾਂ ਈਰਖਾ ਕਰੀ ਜਾਓ, ਰੋਕਦਾ ਥੋੜਾ। ਲੋਭ ਲਾਲਚ ਕਰਨਾ ਹੈ ਤਾਂ ਕਰੀ ਜਾਓ, ਰੱਬ ਨੇ ਡੰਡਾ ਫੜ ਕੇ ਆਣ ਕੇ ਥੋੜੀ ਰੋਕਣਾ। ਜੋ ਕਰਨਾ ਹੈ, ਜੋ ਮੰਗੋਗੇ ਉਹ ਹੀ ਮਿਲੇਗਾ। ਜਿਹਨੂੰ ਪਾਵਨ ਬਾਣੀ ਵਿੱਚ ਕਿਹਾ ਹੈ, ਜੇ ਹਾ ਬੀਜੈ ਸੋ ਲੁਣੈ, ਜੋ ਬੀਜੋਗੇ ਉਹ ਵੱਢੋਗੇ, ਜੋ ਮੰਗੋਗੇ ਉਹ ਪਾਓਗੇ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕਰੇ ਵਿਚਾਰਾ, ਉਹ ਵਸਤੂ ਨਿਕਲੇਗੀ। ਤਾਂ ਇੱਥੇ ਸਾਨੂੰ ਜੋ ਸਮਝਾਇਆ ਜਾ ਰਿਹਾ ਹੈ ਕਿ ਅਸੀਂ ਸੱਚ ਮੰਗਣਾ ਹੈ, ਗੁਣ ਮੰਗਣੇ ਨੇ, ਰੱਬੀ ਰਜ਼ਾ ਦੇ ਵਿੱਚ ਤੁਰਨ ਦੀ ਦਾਤ ਮੰਗਣੀ ਹੈ, ਪ੍ਰਣ ਕਰਨਾ ਹੈ। ਜਿਹੜੀ ਅਰਦਾਸ ਸਾਡੀ ਰੱਬ ਦੇ ਨਾਲ ਜਾਂ ਆਪਣੇ ਆਪ ਦੇ ਨਾਲ ਕੀਤਾ ਹੋਇਆ ਇੱਕ ਕਮਿਟਮੈਂਟ ਹੀ ਤਾਂ ਹੈ ਕਿ ਅਸੀਂ ਇਹ ਕੰਮ ਕਰਾਂਗੇ, ਅਸੀਂ ਇਹ ਕੰਮ ਕਰਨੇ ਚਾਹੁੰਦੇ ਹਾਂ। ਤਾਂ ਜਿਹੜਾ ਐਸੀ ਜ਼ਿੰਦਗੀ ਜੀਣਾ ਚਾਹੁੰਦਾ ਹੈ, ਉਹਨੂੰ ਪ੍ਰਭੂ ਵੱਲੋਂ ਐਸਾ ਬਲ ਮਿਲਦਾ ਹੈ ਤੇ ਉਹ ਐਸੀ ਜ਼ਿੰਦਗੀ ਜੀਂਦਾ ਹੈ। ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ। ਜਜਮਾਨ, ਜਗ, ਜਜਮਾਨ ਦਾ ਮਤਲਬ ਹੈ ਜਗ ਕਰਾਉਣ ਵਾਲਾ ਉਹ ਪੁਰਸ਼ ਜੋ ਪੰਡਤਾਂ ਤੋਂ, ਬ੍ਰਾਹਮਣਾਂ ਤੋਂ ਯੱਗ ਕਰਾ ਕੇ ਉਹਨਾਂ ਨੂੰ ਦਛਨਾ ਆਦਿਕ ਦਾਨ ਦਿੰਦਾ ਹੈ। ਇੱਥੇ ਵਾਹਿਗੁਰੂ ਨੂੰ ਜਜਮਾਨ ਆਖਿਆ ਹੈ, ਜਿਸ ਤੋਂ ਕੰਮ ਰਾਸ ਹੁੰਦੇ ਨੇ ਤੇ ਜਿਸ ਤੋਂ ਸਭ ਕੋਈ ਮੰਗ ਖਾਂਦਾ ਹੈ, ਪਰ ਉਹਨੂੰ ਆਪ ਕੋਈ ਭੁੱਖ ਨਹੀਂ ਹੈ। ਇੱਥੇ ਜਾਚਕ ਵਾਹਿਗੁਰੂ ਤੋਂ ਮੰਗ ਰਿਹਾ ਹੈ ਕਿ ਜਜਮਾਨ ਅਸੀਂ ਪ੍ਰਭੂ ਨੂੰ ਬਣਾਉਣਾ ਹੈ, ਮੰਗਣਾ ਪ੍ਰਭੂ ਤੋਂ ਹੈ।
ਦੇਵੀਆਂ ਦੇਵਤੇ, ਮੜੀਆਂ ਕਬਰਾਂ, ਜੋਤਸ਼ੀ, ਬਾਬੇ, ਮਨੁੱਖ, ਇਹਨਾਂ ਤੋਂ ਨਹੀਂ ਮੰਗਣਾ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਕਿਉਂਕਿ ਇੱਕ ਪ੍ਰਭੂ ਦੇ ਰਿਹਾ ਹੈ, ਉਹਦੇ ਸਿਸਟਮ ਦੇ ਅੰਦਰ ਹਰ ਸ਼ੈ ਮਿਲ ਰਹੀ ਹੈ। ਜਿਸ ਚੀਜ਼ ਦੀ ਰਿਕੁਆਇਰਮੈਂਟ ਤੁਸੀਂ ਪੂਰੀ ਕਰੋਗੇ ਉਹ ਚੀਜ਼ ਤੁਹਾਨੂੰ ਮਿਲ ਜਾਏਗੀ। ਜੇ ਰਿਕੁਆਇਰਮੈਂਟ ਪੂਰੀ ਨਹੀਂ ਕਰੋਗੇ ਤਾਂ ਨਹੀਂ ਮਿਲੇਗੀ। बनना चाहते हो डॉक्टर, लेकिन किताबां पढ़ते हो हिस्टरी दियां, तो डॉक्टर नहीं बन पाओगे ना, क्योंकि वो रिक्वायरमेंट पूरी करनी पवेगी। जो कुछ चाहते हो वो काम भी करना पवेगा। इसलिए देवियां देवतियां, पीरां कबरां, मड़ियां आदि तो नहीं, सगों प्रभु तो ही मंगना है, और उसने बिना मंगण तो ही सब कुछ दिता होया है। ਤਾਂ ਇੱਥੇ ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰਨ ਦੀ ਸਾਨੂੰ ਆਦੇਸ਼ ਔਰ ਸੰਦੇਸ਼ ਉਪਦੇਸ਼ ਹੈ। ਨਾਨਕ ਪਰਮੇਸ਼ਰ ਜਜਮਾਨ, ਜਿਸ ਮਨੁੱਖ ਦਾ ਜਜਮਾਨ ਆਪ ਪਰਮੇਸ਼ਰ ਹੈ, ਰੱਬ ਹੈ, ਜੋ ਰੱਬ ਦੇ ਨਾਲ ਜੁੜ ਗਿਆ ਹੈ, ਤਿਸੈ ਭੁੱਖ ਨਾ ਮੂਲ, ਉਹਨੂੰ ਰਤਾ ਵੀ ਭੁੱਖ ਨਹੀਂ ਰਹਿੰਦੀ। ਉਹਨੂੰ ਫਿਰ ਭੁੱਖ ਨਹੀਂ ਰਹਿੰਦੀ ਜਿਹਨੇ ਰੱਬ ਨੂੰ ਜਜਮਾਨ ਬਣਾ ਲਿਆ, ਜਿਹਨੇ ਰੱਬ ਦੇ ਨਾਲ ਆਪਣੀ ਸੁਰਤ ਜੋੜ ਲਈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਔਰ ਅਮਲ ਕਰਨ ਵਾਲੀ ਹੈ। ਸਾਡੀ ਸੁਰਤ ਕਿਹਦੇ ਨਾਲ ਜੁੜੀ ਹੋਈ ਹੈ? ਝੂਠ ਨਾਲ ਜਾਂ ਸੱਚ ਨਾਲ, ਦਇਆ ਨਾਲ ਜਾਂ ਕੁਦਇਆ ਨਾਲ, ਪ੍ਰੇਮ ਨਾਲ ਜਾਂ ਈਰਖਾ ਦੇ ਨਾਲ। ਹੁਣ ਜਿਨ੍ਹਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਹੈ, ਜਿਨ੍ਹਾਂ ਦੀ ਲਗਨ ਰੱਬੀ ਗੁਣਾਂ ਦੇ ਨਾਲ ਹੈ, ਜੋ ਅੰਦਰੋਂ ਬਾਹਰੋਂ ਇੱਕ ਨੇ, ਜਿਨ੍ਹਾਂ ਦਾ ਵਿਹਾਰ ਸਾਰਿਆਂ ਨਾਲ ਇੱਕ ਜੈਸਾ ਹੈ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਪਿਆਰ ਭਰਿਆ ਵਤੀਰਾ ਹੈ, ਜੋ ਨਿਰਭਉ ਔਰ ਨਿਰਵੈਰ ਵਾਲੀ ਜ਼ਿੰਦਗੀ ਜੀ ਰਹੇ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੰਤੋਖ ਹੈ, ਜਿਨ੍ਹਾਂ ਦੇ ਜੀਵਨ ਦੇ ਅੰਦਰ ਖੁਸ਼ੀਆਂ ਖੇੜੇ, ਆਨੰਦ, ਪ੍ਰਸੰਨਤਾ, ਚੜ੍ਹਦੀ ਕਲਾ ਹੈ, ਸਕਾਰਾਤਮਕ ਸੋਚ ਹੈ, ਦੱਸੋ ਉਹਨਾਂ ਨੂੰ ਕਾਹਦੀ ਭੁੱਖ ਹੈ? ਉਹਨਾਂ ਨੂੰ ਕੋਈ ਦੁੱਖ ਨਹੀਂ ਹੈ। ਉਹ ਜ਼ਿੰਦਗੀ ਜੀ ਰਹੇ ਨੇ, ਝੌਂਪੜੀ ਵਿੱਚ ਬੈਠ ਕੇ ਵੀ ਖੁਸ਼ ਨੇ, ਉਹ ਮਹਿਲਾਂ ਵਿੱਚ ਬੈਠ ਕੇ ਵੀ ਖੁਸ਼ ਨੇ। ਤੇ ਜਿਸ ਬੰਦੇ ਦੇ ਗੁਣਾਂ ਦੇ ਨਾਲ ਸੰਬੰਧ ਨਹੀਂ ਹੈ, ਜੇ ਉਹ ਝੌਂਪੜੀ ਵਿੱਚ ਹੋਏਗਾ ਉੱਥੇ ਵੀ ਦੁਖੀ ਹੋਏਗਾ, ਜੇ ਉਹਨੂੰ ਮਹਿਲ ਵਿੱਚ ਬਿਠਾ ਦਿਓਗੇ ਉੱਥੇ ਵੀ ਉਹ ਦੁਖੀ ਹੋਏਗਾ, ਕਿਉਂਕਿ ਉਹਨੇ ਉਹ ਚੀਜ਼ ਦੇਖਣੀ ਹੈ ਜੋ ਘਾਟ ਹੈ, ਕਿ ਹੋਰ ਆਵੇ। ਪਰ ਜਿਹੜਾ ਬੰਦਾ ਖੁਸ਼ ਹੈ, ਉਹ ਜੋ ਕੁਛ ਇਮਾਨਦਾਰੀ ਦੇ ਨਾਲ ਕਰ ਰਿਹਾ ਹੈ, ਜੋ ਉਹਨੂੰ ਮਿਲ ਰਿਹਾ ਹੈ, ਉਹਦੇ ਵਿੱਚ ਉਹ ਖੁਸ਼ ਹੈ, ਉਹ ਸ਼ੁਕਰਾਨੇ ਵਿੱਚ ਹੈ, ਉਹ ਸ਼ੁਕਰਾਨੇ ਵਿੱਚ ਹੈ। ਹੁਣ ਕਈ ਵਾਰ ਇੱਥੇ ਕਹਿ ਦਿੱਤਾ ਜਾਂਦਾ ਹੈ ਕਿ ਇਸ ਤਰ੍ਹਾਂ ਤੇ ਜੀ ਵਿਕਾਸ ਨਹੀਂ ਹੋਏਗਾ। ਗੱਲ ਇਹ ਨਹੀਂ ਕਿ ਵਿਕਾਸ ਨਹੀਂ ਹੋਏਗਾ, ਇਸ ਤਰ੍ਹਾਂ ਸਗੋਂ ਵਿਕਾਸ ਵੀ ਹੋਵੇਗਾ ਔਰ ਖੁਸ਼ੀ ਵੀ ਮਿਲੇਗੀ। ਜੋ ਕੁਛ ਮੈਨੂੰ ਇਮਾਨਦਾਰੀ ਦੀ ਕਿਰਤ ਕਰਕੇ ਮਿਲਿਆ ਹੈ, ਉਹਦੇ ਵਿੱਚ ਮੈਂ ਸੰਤੁਸ਼ਟ ਹਾਂ, ਖੁਸ਼ ਹਾਂ ਕਿ ਹੇ ਪ੍ਰਭੂ ਤੇਰਾ ਸ਼ੁਕਰਾਨਾ। ਮੇਰੇ ਕੋਲ ਨਿੱਕਾ ਜਿਹਾ ਘਰ ਹੈ, ਮੇਰੇ ਕੋਲ ਪਾਣ ਵਾਸਤੇ ਬਸਤਰ ਨੇ, ਮੇਰੇ ਕੋਲ ਖਾਣ ਵਾਸਤੇ ਭੋਜਨ ਹੈ, ਉਹਨਾਂ ਦਾ ਮੈਂ ਆਨੰਦ ਮਾਣ ਰਿਹਾ, ਉਹਨਾਂ ਵਿੱਚੋਂ ਖੁਸ਼ੀ ਮਾਣ ਰਿਹਾ ਹਾਂ, ਤੇ ਨਾਲ ਅੱਗੇ ਮੈਂ ਵਿਕਾਸ ਕਰ ਰਿਹਾ ਹਾਂ, ਅੱਗੇ ਮੈਂ ਕਿਰਤ ਕਰ ਰਿਹਾ ਹਾਂ, ਆਪਣਾ ਬਜਟ ਠੀਕ ਬਣਾ ਰਿਹਾ ਹਾਂ, ਤਾਂ ਮੇਰਾ ਵਿਕਾਸ ਵੀ ਹੁੰਦਾ ਜਾਏਗਾ, ਨਾਲ ਨਾਲ ਮੈਨੂੰ ਖੁਸ਼ੀ ਵੀ ਮਿਲੇ, ਮੈਂ ਖੁਸ਼ੀ ਵੀ ਮਾਣਾਂਗਾ ਔਰ ਵਿਕਾਸ ਵੀ ਕਰਾਂਗਾ। ਲੇਕਿਨ ਦੂਜੇ ਪਾਸੇ ਜੋ ਬੰਦਾ ਬਹੁਤਾਤ ਦੇ ਚੱਕਰ ਵਿੱਚ ਸ਼ਾਰਟਕਟ ਅਪਣਾ ਰਿਹਾ ਹੈ, ਹੇਰਾ ਫੇਰੀਆਂ ਕਰਦਾ ਹੈ, ਝੂਠ ਫਰੇਬ ਜਾਂ ਈਰਖਾ ਦਵੇਸ਼ ਵਾਲੀ ਜ਼ਿੰਦਗੀ ਜੀ ਰਿਹਾ ਹੈ, ਬਾਹਰੀ ਤੌਰ ਤੇ ਸਾਨੂੰ ਉਹਦਾ ਵਿਕਾਸ ਹੁੰਦਾ ਦਿਸ ਰਿਹਾ ਹੈ ਕਿ ਉਹਨੇ ਬੜੀ ਛੇਤੀ ਵੱਡੀ ਕੋਠੀ ਬਣਾ ਲਈ ਹੈ ਜਾਂ ਬਹੁਤ ਸਾਰੀ ਜ਼ਮੀਨ ਖਰੀਦ ਲਈ ਹੈ, ਲੇਕਿਨ ਉਹਦਾ ਆਤਮਿਕ ਵਿਕਾਸ ਤਾਂ ਨਹੀਂ ਨਾ ਹੋ ਰਿਹਾ, ਉਹਦੇ ਅੰਦਰ ਸ਼ਾਂਤੀ ਤਾਂ ਨਹੀਂ ਹੈ, ਚੜ੍ਹਦੀ ਕਲਾ ਤਾਂ ਉਹਦੇ ਅੰਦਰ ਨਹੀਂ ਹੈ ਨਾ, ਉਹ ਇਹਨਾਂ ਗੁਣਾਂ ਤੋਂ ਵਾਂਝਾ ਹੈ, ਸ਼ਾਂਤੀ ਤੋਂ ਵਾਂਝਾ ਹੈ। ਅਸਲੀ ਵਿਕਾਸ ਤਾਂ ਆਤਮਿਕ ਵਿਕਾਸ ਹੀ ਹੈ। ਅਸਲੀ ਵਿਕਾਸ ਤਾਂ ਹੀ ਹੈ ਜੇ ਸਾਡੇ ਅੰਦਰ ਇਨਸਾਨੀਅਤ ਪੈਦਾ ਹੋਵੇ, ਬੰਦੇ ਦੇ ਅੰਦਰ ਗੁਣ ਪੈਦਾ ਹੋਣ, ਬੰਦਾ ਸੁਖ, ਸ਼ਾਂਤੀ, ਆਨੰਦ, ਖੇੜੇ, ਪ੍ਰਸੰਨਤਾ ਵਾਲੀ ਜ਼ਿੰਦਗੀ ਜੀਵੇ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦਾ ਜਜਮਾਨ ਪ੍ਰਭੂ ਹੈ, ਜੋ ਰੱਬੀ ਗੁਣਾਂ ਦੇ ਨਾਲ ਜੁੜੇ ਨੇ, ਜੋ ਰੱਬੀ ਰਜਾ ਵਿੱਚ ਤੁਰਦੇ ਨੇ, ਉਹਨਾਂ ਨੂੰ ਰੰਚਕ ਮਾਤਰ ਵੀ ਭੁੱਖ ਨਹੀਂ ਰਹਿੰਦੀ, ਉਹਨਾਂ ਦਾ ਜੀਵਨ ਸੰਤੁਸ਼ਟ ਹੈ, ਉਹਨਾਂ ਨੂੰ ਵਿਕਾਰਾਂ ਦੀ ਭੁੱਖ ਨਹੀਂ ਹੈ ਕਿ ਮੈਂ ਕਿਸੇ ਨਾਲ ਈਰਖਾ ਕਰਨੀ ਹੈ, ਮੈਂ ਕਿਸੇ ਨਾਲ ਵੈਰ ਕਮਾਣਾ ਹੈ, ਮੈਂ ਠੱਗੀਆਂ ਮਾਰਨੀਆਂ ਨੇ। ਇਹੋ ਜਿਹੀ ਵਿਕਾਰਾਂ ਦੀ, ਮਾਇਆ ਦੀ ਕੋਈ ਭੁੱਖ ਉਹਨਾਂ ਨੂੰ ਨਹੀਂ ਰਹਿ ਜਾਂਦੀ। ਉਹ ਸਿੱਧੇ ਸੱਚ ਦੇ ਰਾਸਤੇ ਦੇ ਉੱਤੇ ਚੱਲਦੇ ਹੋਏ ਆਪਣੇ ਜੀਵਨ ਦੇ ਵਿੱਚ ਆਨੰਦ ਮਾਣਦੇ ਔਰ ਆਤਮਿਕ ਜ਼ਿੰਦਗੀ ਜੀਂਦੇ ਹਨ। ਪੌੜੀ, ਮਨ ਰਤਾ ਗੋਵਿੰਦ ਸੰਗ, ਸੱਚ ਭੋਜਨ ਜੋੜੇ।
ਜੋੜੇ ਦਾ ਮਤਲਬ ਹੈ ਪੁਸ਼ਾਕੇ। ਜਿਵੇਂ ਅਸੀਂ ਕਹਿੰਦੇ ਨਾ ਵੀ ਇਹ ਕੱਪੜਿਆਂ ਦਾ ਜੋੜਾ ਸਵਾਇਆ, ਜੋੜੇ ਦਾ ਮਤਲਬ ਪੁਸ਼ਾਕੇ। ਮਨ ਰਤਾ ਦਾ ਮਤਲਬ ਜਿਸ ਦਾ ਮਨ ਪ੍ਰਭੂ ਦੇ ਗੁਣਾਂ ਦੇ ਨਾਲ ਰੰਗਿਆ ਗਿਆ ਹੈ। ਗੋਬਿੰਦ ਸੰਗ ਦਾ ਮਤਲਬ ਪ੍ਰਭੂ ਦਾ ਸਦਾ ਥਿਰ ਹੁਕਮ ਜਿਹੜਾ ਹੈ ਉਹਦੇ ਵਿੱਚ ਜਿਸ ਦੀ ਪ੍ਰੀਤ ਪੈ ਗਈ ਹੈ। ਤਾਂ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਗੁਣਾਂ ਦੇ ਨਾਲ ਰੰਗਿਆ ਜਾਂਦਾ ਹੈ, ਉਹਦੇ ਵਾਸਤੇ ਇਹੀ ਚੰਗੇ ਭੋਜਨ ਔਰ ਇਹੀ ਚੰਗੇ ਪੁਸ਼ਾਕੇ ਨੇ। ਉਹਦੇ ਵਾਸਤੇ ਇਹੋ ਹੀ ਚੰਗੀ ਪੁਸ਼ਾਕ ਔਰ ਇਹੋ ਹੀ ਚੰਗੇ ਭੋਜਨ। ਆਮ ਜੋ ਬੰਦਾ ਹੈ ਉਹ ਚੰਗਾ ਭੋਜਨ ਚਾਹੁੰਦਾ ਹੈ। ਚੰਗਾ ਭੋਜਨ ਦਾ ਮਤਲਬ ਜਿਹੜੇ ਰਸ ਨੇ ਉਹ ਚਾਹੁੰਦਾ ਹੈ ਵੱਡੇ ਵੱਡੇ ਹੋਟਲਾਂ ਵਿੱਚ ਮੈਂ ਖਾਵਾਂ ਜਾਂ ਕੁਛ ਵੀ, ਲੇਕਿਨ ਉਹਦੀ ਪ੍ਰੀਤ ਪ੍ਰਭੂ ਦੇ ਨਾਲ ਨਹੀਂ ਹੈ, ਗੁਣਾਂ ਦੇ ਨਾਲ ਉਹ ਨਹੀਂ ਜੁੜਿਆ ਹੋਇਆ। ਕਿਰਤ ਕਮਾਈ ਉਹਦੀ 2 ਨੰਬਰ ਦੀ ਹੈ ਤੇ ਉਹ ਮਲਕ ਭਾਗੋ ਵਾਲੇ ਭੋਜਨ ਚੰਦ ਹੈ। ਤਾਂ ਇੱਥੇ ਇਨਸਾਨੀਅਤ ਖਤਮ ਹੋ ਜਾਏਗੀ, ਦਇਆ ਖਤਮ ਹੋ ਜਾਏਗੀ। ਹੁਣ ਬੰਦਾ ਚੰਗੇ ਚੰਗੇ ਪੁਸ਼ਾਕੇ ਪਾਣਾ ਚਾਹੁੰਦਾ ਹੈ, ਬੰਦੇ ਦਾ ਹੱਕ ਹੈ ਚੰਗੇ ਭੋਜਨ ਖਾਣਾ, ਚੰਗਾ ਮਤਲਬ ਖੁਰਾਕ ਖਾਣੀ, ਚੰਗੇ ਕੱਪੜੇ ਪਾਣੇ, ਹਰ ਇੱਕ ਦਾ ਹੱਕ ਹੈ, ਹਰ ਇੱਕ ਦਾ ਫਰਜ਼ ਹੈ। ਲੇਕਿਨ 2 ਨੰਬਰ ਦੇ ਧੰਦੇ ਕਰਕੇ ਤੁਸੀਂ ਚੰਗੇ ਚੰਗੇ ਕੱਪੜੇ ਪਾਓ, ਲੇਕਿਨ ਤੁਸੀਂ ਇੱਕ ਐਸੇ 2-4 ਬੰਦਿਆਂ ਦੀ ਜਾਇਦਾਦ ਹੜੱਪੀ ਹੋਵੇ, ਉਹ ਵਿਚਾਰੇ ਨੰਗੇ ਪਾਟੇ ਕੱਪੜੇ ਪਾ ਕੇ ਫਿਰਦੇ ਹੋਣ, ਜਿਨ੍ਹਾਂ ਦੀ ਜਾਇਦਾਦ ਤੁਸੀਂ ਹੜੱਪ ਲਈ ਹੈ, ਉਹ ਨੰਗੇ ਕੱਪੜੇ ਪਾ ਕੇ ਫਿਰ ਰਹੇ ਨੇ ਤੇ ਤੁਸੀਂ ਰੇਸ਼ਮੀ ਪਾਈ ਫਿਰਦੇ ਹੋ, ਤਾਂ ਫਿਰ ਇਹ ਗੱਲ ਤਾਂ ਨਾ ਬਣੀ। ਪ੍ਰੋਬਲਮ ਇੱਥੇ ਹੈ, ਤੁਸੀਂ ਵੱਡੇ ਵੱਡੇ ਹੋਟਲਾਂ ਵਿੱਚ ਖਾ ਰਹੇ ਹੋ, ਪਰ ਜਿਨ੍ਹਾਂ ਦੀ ਤੁਸੀਂ ਜਾਇਦਾਦ ਹੜੱਪੀ ਹੈ, ਜਿਨ੍ਹਾਂ ਦੇ ਤੁਸੀਂ ਹੱਕ ਖਾ ਗਏ ਹੋ, ਉਹ ਵਿਚਾਰੇ ਫੁੱਟਪਾਥਾਂ ਤੇ ਬੈਠੇ ਨੇ, ਉਹਨਾਂ ਨੂੰ ਰੋਟੀ ਵੀ ਨਹੀਂ ਮਿਲ ਰਹੀ। ਤਾਂ ਇਹ ਇਨਸਾਨੀਅਤ ਨਹੀਂ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੋਬਿੰਦ ਦੇ ਗੁਣਾਂ ਦੇ ਨਾਲ ਚਿੱਤ ਜੁੜ ਜਾਣਾ ਹੈ ਨਾ, ਰੱਬ ਦੇ ਜੋ ਪਿਆਰੇ ਨੇ, ਇਹੀ ਉਹਨਾਂ ਵਾਸਤੇ ਆਤਮਿਕ ਖੁਰਾਕ ਹੈ ਔਰ ਇਹੀ ਉਹਨਾਂ ਵਾਸਤੇ ਆਤਮਿਕ ਭੋਜਨ ਹੈ। ਆਮ ਜੋ ਬੰਦਾ ਹੈ ਉਹਦੀ ਖੁਰਾਕ ਵਿਸ਼ੇ ਵਿਕਾਰ ਹੈ, ਪਾਪ ਅਪਰਾਧ ਕਮਾਰੇ ਨੇ। ਆਮ ਜੋ ਬੰਦਾ ਹੈ ਉਹ ਕੇਵਲ ਬਾਹਰੀ ਤੌਰ ਤੇ ਪੁਸ਼ਾਕ ਪਹਿਨ ਰਿਹਾ ਹੈ, ਧਾਰਮਿਕ ਕੱਪੜੇ ਜਿਵੇਂ ਮੈਂ ਪਾ ਕੇ ਬੈਠਾ ਜਾਂ ਹੋਰ ਲੋਕਾਂ ਨੇ ਪਾਏ ਨੇ, ਤਾਂ ਉਹ ਚੰਗੇ ਚੰਗੇ ਕੱਪੜੇ ਹੀ ਪਾਣਾ ਚਾਹੁੰਦੇ ਨੇ, ਲੰਬੇ ਲੰਬੇ ਚੋਲੇ ਪਾਲੇ, ਲਾਲ ਪੀਲੇ ਹਰੇ ਨੀਲੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜੋ ਪ੍ਰਭੂ ਦਾ ਪਿਆਰਾ ਹੈ ਉਹ ਬਾਹਰੀ ਭੇਖਾਂ ਦੇ ਨਾਲ ਨਹੀਂ ਜੁੜਦਾ ਹੈ। ਉਹਦੇ ਵਾਸਤੇ ਸੱਚ ਨਾਲ ਜੁੜ ਜਾਣਾ, ਗੋਬਿੰਦ ਦੇ ਗੁਣਾਂ ਦੇ ਨਾਲ ਜੁੜ ਜਾਣਾ, ਆਪਣੀ ਪ੍ਰੀਤ ਪਾ ਲੈਣੀ, ਇਹੀ ਉਹਦੀ ਆਤਮਿਕ ਖੁਰਾਕ ਹੈ ਔਰ ਇਹੀ ਉਹਦਾ ਆਤਮਿਕ ਪੁਸ਼ਾਕਾ ਹੈ, ਆਤਮਿਕ ਪਹਿਰਾਵਾ ਹੈ। ਉਹਨੂੰ ਵਿਸ਼ੇ ਵਿਕਾਰ ਕਮਾਉਣ ਦੀ ਲੋੜ ਨਹੀਂ ਔਰ ਉਹਨੂੰ ਬਾਹਰਲੇ ਭੇਖ ਧਾਰਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਇਹਦਾ ਮਤਲਬ ਇਹ ਪ੍ਰੀਤ, ਹਸਤੀ ਦਾ ਮਤਲਬ ਹਾਥੀ, ਘੋੜੇ ਦਾ ਮਤਲਬ ਘੋੜੇ। ਹਰ ਨਾਮ ਦਾ ਮਤਲਬ ਰੱਬੀ ਰਜ਼ਾ। ਪ੍ਰਭੂ ਦੇ ਨਾਮ ਨਾਲ, ਰੱਬ ਦੇ ਹੁਕਮ ਨਾਲ, ਰਜ਼ਾ ਨਾਲ, ਭਾਣੇ ਨਾਲ, ਰੱਬੀ ਗੁਣਾਂ ਦੇ ਨਾਲ ਜੋ ਪ੍ਰੀਤ ਬਣ ਗਈ ਹੈ, ਪਿਆਰ ਬਣ ਗਿਆ ਹੈ, ਇਹੀ ਉਹਦੇ ਵਾਸਤੇ ਹਾਥੀ ਘੋੜੇ ਨੇ, ਇਹੀ ਉਹਦੇ ਵਾਸਤੇ ਹਾਥੀ ਘੋੜੇ ਨੇ। ਹੁਣ ਆਮ ਬੰਦਾ ਹਾਥੀ ਘੋੜੇ ਚਾਹੁੰਦਾ ਹੈ, ਉਦੋਂ ਹਾਥੀ ਘੋੜੇ ਸਨ। ਅੱਜ ਕੱਲ ਕਾਰਾਂ ਨੇ, ਸਕੂਟਰ ਨੇ, ਮੋਟਰਸਾਈਕਲਾਂ ਨੇ, ਹੈਲੀਕਾਪਟਰ ਨੇ, ਜਹਾਜ਼ ਨੇ, ਬੰਦਾ ਚਾਹੁੰਦਾ ਨਾ ਸਵਾਰੀ। ਤੇ ਇਹਦਾ ਮਤਲਬ ਇਹ ਨਹੀਂ ਕਿ ਬੰਦੇ ਦੇ ਕੋਲ ਸਵਾਰੀ ਨਾ ਹੋਵੇ। ਜਿਹੜਾ ਰੱਬ ਦਾ ਪਿਆਰਾ ਹੈ ਉਹ ਸਕੂਟਰ, ਮੋਟਰਸਾਈਕਲ ਜਾਂ ਕਾਰ ਜਾਂ ਹਵਾਈ ਜਹਾਜ਼ ਨਾ ਖਰੀਦੇ, ਜੇ ਉਹਦੇ ਕੋਲ ਗੁੰਜਾਇਸ਼ ਹੈ ਤਾਂ ਖਰੀਦੇ। ਇਹਨਾਂ ਚੀਜ਼ਾਂ ਦੀ ਮਨਾਹੀ ਨਹੀਂ ਹੈ। ਉਹ ਘੋੜੇ ਤੇ ਚੜੇ, ਹਾਥੀ ਦੀ ਸਵਾਰੀ ਕਰੇ, ਪ੍ਰੋਬਲਮ ਇਹ ਨਹੀਂ ਹੈ। ਪ੍ਰੋਬਲਮ ਇਹ ਹੈ ਕਿ ਉਹ ਹਾਥੀ ਔਰ ਘੋੜੇ ਆਏ ਕਿਵੇਂ। ਸਕੂਟਰ, ਮੋਟਰਸਾਈਕਲ, ਕਾਰਾਂ ਜੋ ਆਈਆਂ ਨੇ, ਉਹਨਾਂ ਦੇ ਵਾਸਤੇ ਸੋਰਸਿਸ ਕੀ ਸਨ, ਇਨਕਮ ਕੀ ਸੀ? ਕਿ 2 ਨੰਬਰ ਦੇ ਧੰਦੇ ਕਰਕੇ ਆਏ ਨੇ, ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਕਰਕੇ ਆਏ ਨੇ, ਡੁਪਲੀਕੇਟ ਦਵਾਈਆਂ ਵੇਚ ਕੇ, ਰਿਸ਼ਵਤ ਲੈ ਕੇ, ਜਾਂ ਮਤਲਬ ਆ ਸਿੰਥੈਟਿਕ ਦੁੱਧ ਖੋਏ ਵੇਚ ਕੇ, ਜਾਂ ਚੋਰੀਆਂ ਕਰਕੇ, ਬੇਈਮਾਨੀਆਂ ਕਰਕੇ, ਠੱਗੀਆਂ ਕਰਕੇ। ਜੇ ਇਸ ਤਰ੍ਹਾਂ ਆਏ ਨੇ ਤਾਂ ਫਿਰ ਉਹ ਗਲਤ ਹੈ ਨਾ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਪ੍ਰਭੂ ਦੇ ਨਾਮ ਦੇ ਨਾਲ ਪ੍ਰੀਤ ਲੱਗ ਜਾਣੀ, ਗੁਣਾਂ ਦੇ ਨਾਲ ਪ੍ਰੀਤ ਲੱਗ ਜਾਣੀ, ਇਹੀ ਉਹਦੀ ਹਾਥੀ ਔਰ ਘੋੜੇ ਨੇ। ਆਮ ਲੋਕ ਕਿਹਦੇ ਤੇ ਚੜੇ ਫਿਰਦੇ ਨੇ? ਸਾਡੀ ਮਾਨਸਿਕਤਾ, ਸੋਚ ਕਿਹਦੇ ਤੇ ਸਵਾਰੀ ਕਰ ਰਹੀ ਹੈ? ਕੋਈ ਬੰਦਾ ਕਾਮ ਦੀ ਸਵਾਰੀ ਕਰ ਰਿਹਾ ਹੈ, ਕ੍ਰੋਧ ਦੀ, ਲੋਭ ਦੀ, ਮੋਹ ਦੀ,
ਔਰ ਆਤਮਿਕ ਮੌਤ ਦੇ ਸਫ਼ਰ ਵੱਲ ਜਾ ਰਿਹਾ ਹੈ। ਪਰ ਜੋ ਪ੍ਰਭੂ ਦਾ ਪਿਆਰਾ ਹੈ, ਉਹਦੇ ਵਾਸਤੇ ਰੱਬੀ ਗੁਣ ਹੀ ਹਾਥੀ ਘੋੜੇ ਨੇ। ਉਹ ਸਤ ਸੰਤੋਖ ਦਇਆ ਧਰਮ ਦੇ ਉੱਤੇ ਹੀ ਉਹਨੇ ਆਪਣੀ ਸੁਰਤ ਨੂੰ ਸਵਾਰ ਕੀਤਾ ਹੈ, ਔਰ ਉਹ ਆਤਮਿਕ ਜੀਵਨ ਦੀ ਯਾਤਰਾ ਜਿਹੜੀ ਹੈ ਕਰ ਰਿਹਾ ਹੈ। ਤਾਂ ਪ੍ਰਭੂ ਦੇ ਹੁਕਮ ਦੇ ਨਾਲ, ਰੱਬੀ ਗੁਣਾਂ ਦੇ ਨਾਲ ਪ੍ਰੀਤ ਪੈ ਜਾਣਾ ਹੀ ਉਹਦੇ ਵਾਸਤੇ ਹਾਥੀ ਔਰ ਘੋੜੇ ਨੇ। ਜੋ ਖੁਸ਼ੀ ਉਹਨਾਂ ਚੋਂ ਮਿਲਦੀ ਹੈ, ਉਸ ਨੂੰ ਉਹ ਖੁਸ਼ੀ ਰੱਬੀ ਗੁਣਾਂ ਦੇ ਵਿੱਚੋਂ ਮਿਲਦੀ ਹੈ। ਤਾਂ ਇੱਥੇ ਰੱਬੀ ਗੁਣਾਂ ਦੇ ਨਾਲ ਜੁੜਨ ਦੀ ਤਾਕੀਦ ਹੁਕਮ ਕੀਤਾ ਜਾ ਰਿਹਾ ਹੈ। ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁਖ ਨਾ ਮੋੜੇ। ਘਣੀ ਦਾ ਮਤਲਬ ਬਹੁਤੀਆਂ, ਮਿਲਖ ਦਾ ਮਤਲਬ ਜ਼ਮੀਨਾਂ। ਹੁਣ ਆਮ ਜੋ ਬੰਦਾ ਹੈ, ਬਹੁਤ ਲੰਬੀ ਚੌੜੀ ਜਾਇਦਾਦ ਬਣਾਣੀ ਚਾਹੁੰਦਾ ਹੈ ਕਿ ਮੇਰੇ ਕੋਲ ਬਹੁਤ ਸਾਰੀਆਂ ਜ਼ਮੀਨਾਂ ਹੋਣ, ਮੇਰੇ ਕੋਲ ਬਹੁਤ ਸਾਰੀ ਪ੍ਰੋਪਰਟੀ ਹੋਵੇ, ਔਰ ਬੰਦਾ ਉਸ ਪ੍ਰੋਪਰਟੀ ਦੇ ਚੱਕਰ ਦੇ ਵਿੱਚ ਸਾਰੀ ਜ਼ਿੰਦਗੀ ਬਿਤਾਉਂਦਾ ਹੈ। ਇੱਥੇ ਬਿਲਕੁਲ ਇਹ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ ਜ਼ਮੀਨ ਨਾ ਖਰੀਦੋ, ਤੁਸੀਂ ਪ੍ਰੋਪਰਟੀ ਨਾ ਬਣਾਓ, ਐਸਾ ਨਹੀਂ ਹੈ। ਲੇਕਿਨ ਸੱਚ ਨੂੰ ਛੱਡ ਕੇ, 2 ਨੰਬਰ ਦੇ ਧੰਦੇ ਕਰਕੇ, ਬੇਗਾਨੀਆਂ ਪ੍ਰੋਪਰਟੀਆਂ ਹੜਪ ਕੇ, ਕਿਸੇ ਨੂੰ ਬੇਘਰ ਬਣਾ ਕੇ ਆਪ ਵਸੇ ਤੇ ਕੀ ਵਸੇ, ਕਿਸੇ ਨੂੰ ਰਵਾ ਕੇ ਆਪ ਹੱਸੇ ਤੇ ਕੀ ਹੱਸੇ, ਕਿਸੇ ਦੀ ਕਬਰ ਦੇ ਉੱਤੇ ਆਪਣਾ ਮਹਿਲ ਉਸਾਰਿਆ ਤੇ ਕੀ ਮਹਿਲ ਉਸਾਰਿਆ। ਇਹ ਇਨਸਾਨੀਅਤ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਦੇ ਹੁਕਮ ਦੇ ਅੰਦਰ ਤੁਰਨ ਵਾਲਾ ਜੋ ਇਨਸਾਨ ਹੈ, ਧਿਆਏ ਦਾ ਮਤਲਬ ਧਿਆਉਂਦਾ ਹੈ, ਯਾਦ ਰੱਖਦਾ ਹੈ, ਕਦੇ ਵੀ ਉਹ ਮੁਖ ਨਹੀਂ ਮੋੜਦਾ, ਕਦੇ ਵੀ ਉਹ ਅੱਕਦਾ ਨਹੀਂ, ਪ੍ਰਭੂ ਤੋਂ ਬੇਮੁਖ ਨਹੀਂ ਹੁੰਦਾ, ਗੁਰੂ ਤੋਂ ਬੇਮੁਖ ਨਹੀਂ ਹੁੰਦਾ। ਤੇ ਗੁਰੂ ਤੋਂ ਬੇਮੁਖ ਨਾ ਹੋਣਾ, ਪ੍ਰਭੂ ਤੋਂ ਬੇਮੁਖ ਨਾ ਹੋਣਾ, ਰੱਬੀ ਰਜ਼ਾ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਇਹੀ ਉਹਦੇ ਵਾਸਤੇ ਜ਼ਮੀਨਾਂ ਔਰ ਬੇਅੰਤ ਖੁਸ਼ੀਆਂ ਨੇ। ਇਹੀ ਉਹਦੀ ਬਹੁਤ ਵੱਡੀ ਪ੍ਰੋਪਰਟੀ ਹੈ। ਰੱਬੀ ਗੁਣਾਂ ਦੇ ਨਾਲ ਜੁੜਨਾ, ਰੱਬੀ ਰਜ਼ਾ ਤੋਂ ਬੇਮੁਖ ਨਾ ਹੋਣਾ, ਇਹੀ ਉਹਦੀ ਪ੍ਰੋਪਰਟੀ ਹੈ, ਇਹੀ ਉਹਦੀਆਂ ਜ਼ਮੀਨਾਂ ਨੇ, ਇਹੀ ਉਹਦੀਆਂ ਰਾਜ ਹੈ, ਇਹੀ ਉਹਦਾ ਭਾਗ ਹੈ, ਇਹੀ ਉਹਦਾ ਧਨ ਦੌਲਤ ਹੈ। ਔਰ ਇਹ ਐਸੀ ਧਨ ਦੌਲਤ, ਐਸਾ ਰਾਜ, ਐਸੀ ਮਿਲਕ ਹੈ ਜੋ ਕਦੇ ਮੁੱਕਦੀ ਨਹੀਂ। ਅਸੀਂ ਦੇਖਦੇ ਹਾਂ ਕਿੰਨੇ ਸਾਰੇ ਲੋਕ ਐਸੇ ਹੋ ਗੁਜ਼ਰੇ ਨੇ ਜਿਨ੍ਹਾਂ ਦੇ ਕੋਲ ਰਾਜ ਤੇ ਸੀ, ਉਹਨਾਂ ਨੇ ਰਾਜ ਸੱਤਾ ਤਾਂ ਹਾਸਲ ਕੀਤੀ। ਹਿਟਲਰ ਸੀ, ਔਰੰਗਜ਼ੇਬ ਸੀ, ਜਾਂ ਅਸੀਂ ਸੂਬੇ ਸਰਹੰਦ ਦੀ ਗੱਲ ਕਰੀਏ, ਇਹਨਾਂ ਕੋਲ ਪ੍ਰੋਪਰਟੀ ਤੇ ਹੈ ਸੀ, ਰਾਜ ਵੀ ਸੀ। ਲੇਕਿਨ ਕਿੱਥੇ ਗਏ ਉਹ ਰਾਜ ਕਰਨ ਵਾਲੇ? ਕਿੱਥੇ ਗਈ ਅੱਜ ਉਹਨਾਂ ਦੀ ਪ੍ਰੋਪਰਟੀ? ਉਹਨਾਂ ਦੀ ਪ੍ਰੋਪਰਟੀ ਹੁਣ ਕੀ ਰਹਿ ਗਈ? ਕੇਵਲ ਸਾਰੀ ਜ਼ਿੰਦਗੀ ਜਦੋਂ ਤੱਕ ਦੁਨੀਆ ਰਹੇਗੀ, ਲੋਕ ਉਹਨਾਂ ਦੇ ਖਿਲਾਫ ਹੀ ਬੋਲਣਗੇ, ਉਹਨਾਂ ਦੀ ਨਮੋਸ਼ੀ ਹੀ ਉਹਨਾਂ ਦੀ ਹੋਏਗੀ, ਉਹਨਾਂ ਦੀ ਬੇਇੱਜ਼ਤੀ ਹੀ ਹੋਏਗੀ, ਉਹਨਾਂ ਨੂੰ ਕੋਈ ਮਾਣ ਆਦਰ ਤੇ ਨਹੀਂ ਮਿਲੇਗਾ। ਲੇਕਿਨ ਛੋਟੇ ਸਾਹਿਬਜ਼ਾਦਿਆਂ ਦੀ ਪ੍ਰੋਪਰਟੀ ਹੈ ਨਾ, ਉਹਨਾਂ ਦੀ ਪ੍ਰੋਪਰਟੀ ਅੱਜ ਵੀ ਇਨਸਾਨੀਅਤ ਉਹਨਾਂ ਦੇ ਕੋਲ ਹੈ ਨਾ, ਦਿਲਾਂ ਦੇ ਉੱਤੇ ਰਾਜ ਕਰ ਰਹੇ ਨੇ ਨਾ, ਅੱਜ ਵੀ ਉਹਨਾਂ ਦਾ ਰਾਜ ਹੈ, ਪਹਿਲਾਂ ਵੀ ਸੀ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਸਾਡੇ ਦਿਲਾਂ ਤੇ ਰਾਜ ਕਰ ਰਹੇ ਨੇ ਨਾ, ਮਨੁੱਖਤਾ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਜੇ ਅਸੀਂ ਅੱਜ ਦੀ ਗੱਲ ਕਰੀਏ, ਹੁਣ ਭਗਤ ਪੂਰਨ ਸਿੰਘ ਵਰਗੇ ਨੇ ਦਿਲਾਂ ਤੇ ਰਾਜ ਕਰ ਰਹੇ ਨੇ ਨਾ। ਹੋਰ ਕੁਝ ਐਸੇ ਲੋਕ ਨੇ ਜਿਨ੍ਹਾਂ ਨੇ ਹੇਰਾ ਫੇਰੀਆਂ ਕਰਕੇ ਬਹੁਤ ਵੱਡੀਆਂ ਪ੍ਰੋਪਰਟੀਆਂ ਬਣਾਈਆਂ, ਲੇਕਿਨ ਉਹਨਾਂ ਦਾ ਨਾਮ ਕਿਸ ਢੰਗ ਨਾਲ ਲਿਆ ਜਾਂਦਾ ਹੈ, ਤੇ ਦੂਜੇ ਪਾਸੇ ਭਗਤ ਪੂਰਨ ਸਿੰਘ ਵਰਗਿਆਂ ਦਾ ਨਾਮ ਕਿਸ ਢੰਗ ਦੇ ਨਾਲ ਲਿਆ ਜਾਂਦਾ ਹੈ। ਅਸਲੀ ਪ੍ਰੋਪਰਟੀ ਹੈ ਨਾ ਇਹ, ਲੋਕਾਂ ਦੇ ਦਿਲਾਂ ਦੇ ਉੱਤੇ ਉਹ ਅੱਜ ਵੀ ਰਾਜ ਕਰ ਰਹੇ ਨੇ, ਆਉਂਦੇ ਸਮੇਂ ਵਿੱਚ ਵੀ ਉਹ ਦਿਲਾਂ ਦੇ ਉੱਤੇ ਰਾਜ ਕਰਦੇ ਰਹਿਣਗੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਇਹੀ ਹੈ ਅਸਲੀ ਪ੍ਰੋਪਰਟੀ, ਇਹੀ ਹੈ ਉਹਨਾਂ ਦਾ ਰਾਜ, ਇਹੋ ਹੀ ਹੈ ਉਹਨਾਂ ਦੀ ਜ਼ਮੀਨ ਜਾਇਦਾਦ, ਕਿਉਂਕਿ ਉਹਨਾਂ ਨੇ ਰੱਬੀ ਰਜ਼ਾ ਤੋਂ ਹੁਕਮ ਨਹੀਂ ਹੈ, ਆਪਣਾ ਮੁਖ ਨਹੀਂ ਮੋੜਿਆ, ਉਹ ਬੇਮੁਖ ਨਹੀਂ ਹੋਏ। ਇਹੀ ਉਹਨਾਂ ਦੀ ਰਾਜ ਹੈ, ਇਹੀ ਉਹਨਾਂ ਦੀ ਪ੍ਰੋਪਰਟੀ, ਇਹੀ ਉਹਨਾਂ ਦਾ ਮਾਣ ਹੈ, ਇਹੀ ਉਹਨਾਂ ਦਾ ਆਦਰ ਹੈ, ਇਹੀ ਉਹਨਾਂ ਦਾ ਸਤਿਕਾਰ ਹੈ। ਹੁਣ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਗੁਣਾਂ ਦੇ ਨਾਲ ਜੁੜਨਾ ਹੈ। ਰੱਬੀ ਗੁਣਾਂ ਨੂੰ ਛੱਡ ਕੇ, ਸੱਚ ਨੂੰ ਛੱਡ ਕੇ, ਜੇ ਕੋਈ ਰੱਬ ਦੇ ਪਿਆਰੇ ਨੂੰ ਕਹੇ ਤੈਨੂੰ ਜ਼ਮੀਨ ਜਾਇਦਾਦ ਦਿੰਦੇ ਆ, ਰਾਜ ਭਾਗ ਦਿੰਦੇ ਆ, ਸੱਚ ਨੂੰ ਛੱਡ ਦੇ, ਤਾਂ ਉਹ ਕਦੇ ਸੱਚ ਨੂੰ ਛੱਡੇਗਾ ਨਹੀਂ, ਉਹਨੂੰ ਰਾਜ ਭਾਗ ਨੂੰ ਜੁੱਤੀ ਦੀ ਨੋਕ ਤੇ ਠੁਕਰਾ ਦੇਵੇਗਾ। ਭਾਈ ਮਤੀ ਦਾਸ ਜੀ ਨੂੰ ਆਫਰ ਦਿੱਤੀ ਜਾ ਰਹੀ ਹੈ ਕਿ ਸੱਚ ਨੂੰ ਛੱਡ ਦੇ, ਤੈਨੂੰ ਜਗੀਰ ਦਿੰਦੇ ਆ, ਤੈਨੂੰ ਬਾਦਸ਼ਾਹ ਬਣਾਉਂਦੇ ਆ।
ਤੇ ਜੇ ਉਹ ਜੰਗੀਰ ਲੈ ਲੈਂਦੇ, ਜੇ ਉਹ ਬਾਦਸ਼ਾਹ ਬਣ ਜਾਂਦੇ, ਤਾਂ ਕੀ ਉਹਨਾਂ ਦੀ ਵੈਲਿਊ ਰਹਿ ਜਾਣੀ ਸੀ? ਉਹਨਾਂ ਦੀ ਵੈਲਿਊ ਹੀ ਹੈ ਇਸ ਕਰਕੇ ਹੈ ਕਿ ਰਾਜ ਭਾਗ ਨੂੰ ਜੁੱਤੀ ਦੀ ਨੋਕ ਤੇ ਠੁਕਰਾਇਆ ਹੈ, ਸੱਚ ਦੇ ਨਾਲ ਜੁੜੇ ਨੇ, ਹਿਊਮਨ ਰਾਈਟਸ ਦੇ ਨਾਲ ਜੁੜੇ ਨੇ। ਤਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਸੱਚ ਦੇ ਨਾਲ ਜੁੜੀਏ, ਸਾਡੇ ਕੋਲ ਇਹ ਪ੍ਰੋਪਰਟੀ ਹੋਵੇ, ਇਹ ਸਾਡਾ ਰਾਜ ਹੋਵੇ, ਇਹ ਸਾਡੀ ਜਾਇਦਾਦ ਹੋਵੇ, ਜਿਹਦੇ ਉੱਤੇ ਮਾਣ ਅਸੀਂ ਵੀ ਕਰ ਸਕੀਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਕਰ ਸਕਣ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੁਨਿਆਵੀ ਤੌਰ ਤੇ ਜ਼ਮੀਨ ਨਾ ਖਰੀਦੋ ਜਾਂ ਤੁਸੀਂ ਮਕਾਨ ਚੰਗੇ ਨਾ ਬਣਾਓ। ਗੱਲ ਇਹ ਨਹੀਂ ਹੈ। ਗੱਲ ਇਹ ਹੈ ਜ਼ਮੀਨ ਖਰੀਦੋ, ਮਕਾਨ ਬਣਾਓ, ਪ੍ਰੋਪਰਟੀ ਬਣਾਓ, ਪਰ ਉਹਦਾ ਬੇਸ ਸੱਚ ਹੋਵੇ। ਜੇ ਸੱਚ ਨੂੰ ਛੱਡ ਕੇ ਅਸੀਂ ਕੁਛ ਐਸਾ ਕਰ ਰਹੇ ਹਾਂ ਤਾਂ ਉਹ ਠੀਕ ਨਹੀਂ ਹੈ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਢਾਡੀ ਦਾ ਮਤਲਬ ਹੈ ਢੱਡ ਵਜਾਉਣ ਵਾਲਾ, ਵਾਰ ਗਾਉਣ ਵਾਲਾ, ਹਰੀਦਾਸ ਕਰਨ ਵਾਲਾ। ਛੋੜੇ ਦਾ ਮਤਲਬ ਛੱਡਦਾ ਨਹੀਂ। ਜੋ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਹੈ, ਇੱਥੇ ਢਾਡੀ ਦਾ ਮਤਲਬ ਹੈ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ। ਜੋ ਪ੍ਰਭੂ ਦੀ ਉਸਤਤ ਕਰਨ ਵਾਲਾ ਹੈ, ਪ੍ਰਭੂ ਦੇ ਦਰ ਦਾ ਢਾਡੀ ਹੈ, ਪ੍ਰਭੂ ਦੀ ਮਹਿਮਾ ਗਾਉਣ ਵਾਲਾ ਹੈ, ਉਹ ਕਦੇ ਵੀ ਪ੍ਰਭੂ ਦਾ ਦਰ ਨਹੀਂ ਛੱਡਦਾ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਉਹ ਪ੍ਰਭੂ ਦੇ ਦਰ ਦਾ ਹੀ ਜਿਹੜਾ ਹੈ ਸੇਵਕ ਹੈ, ਇੱਥੇ ਹੀ ਮੰਗ ਰਿਹਾ ਹੈ। ਉਹ ਰੱਬ ਦੇ ਦਰ ਨੂੰ, ਸੱਚ ਦੇ ਦਰ ਨੂੰ ਕਦੀ ਵੀ ਨਹੀਂ ਛੱਡਦਾ। ਗੁਣਾਂ ਨੂੰ ਉਹ ਕਦੇ ਨਹੀਂ ਛੱਡਦਾ, ਸੱਚ ਨੂੰ ਕਦੇ ਨਹੀਂ ਛੱਡਦਾ। ਉਹ ਸੱਚ ਨੂੰ ਬੇਸ ਬਣਾ ਕੇ ਹੀ ਜ਼ਿੰਦਗੀ ਜੀਣਾ ਚਾਹੁੰਦਾ ਹੈ। ਰੱਬੀ ਰਜ਼ਾ ਦੇ ਵਿੱਚ ਹੀ ਉਹ ਜ਼ਿੰਦਗੀ ਜੀ ਰਿਹਾ ਹੈ। ਜੋ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਹੈ, ਇਹ ਉਹਦੀ ਨਿਸ਼ਾਨੀ ਹੈ। ਉਹਨੂੰ ਢਾਡੀ ਕਹੋ, ਉਹਨੂੰ ਪ੍ਰਭੂ ਦਾ ਪਿਆਰਾ ਕਹੋ, ਉਹਨੂੰ ਭਗਤ ਕਹੋ, ਉਹਨੂੰ ਸਚਿਆਰ ਕਹੋ, ਦਾਸ ਕਹੋ। ਯਾਨੀ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲਾ ਬੰਦਾ ਹੈ, ਵਿਸ਼ਵਾਸੀ ਇਨਸਾਨ ਹੈ, ਉਹ ਪ੍ਰਭੂ ਦੇ ਦਰ ਨੂੰ ਕਦੇ ਨਹੀਂ ਛੱਡਦਾ। ਭਾਵ ਰੱਬੀ ਰਜ਼ਾ ਵਿੱਚ ਤੁਰਦਾ ਹੈ। ਰੱਬੀ ਗੁਣਾਂ ਦਾ ਉਤਾਰ ਨਹੀਂ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਇਹਨਾਂ ਗੁਣਾਂ ਨੂੰ ਉਹ ਕਦੇ ਵੀ ਨਹੀਂ ਛੱਡਦਾ। ਜਿੰਨਾ ਮਰਜ਼ੀ ਉਸ ਨੂੰ ਕੋਈ ਲਾਲਚ ਦੇਵੇ, ਉਸ ਨੂੰ ਡਰਾਏ, ਬੇਸ਼ੱਕ ਉਸ ਨੂੰ ਜਾਨੋਂ ਮਾਰ ਦੇਵੇ, ਉਹ ਆਪਣੀ ਜਾਨ ਤੇ ਕੁਰਬਾਨ ਕਰ ਜਾਏਗਾ, ਪਰ ਸੱਚ ਦਾ ਉਹ ਤਿਆਗ ਨਹੀਂ ਕਰੇਗਾ। ਅਸੀਂ ਦੇਖਦੇ ਹਾਂ, ਸਾਨੂੰ ਨਿੱਕੀ ਜਿਹੀ ਕੋਈ ਛੋਟੀ ਮੋਟੀ ਮੁਸੀਬਤ ਆ ਜਾਏ ਨਾ, ਸਿਰ ਪੀੜ ਹੋਣ ਲੱਗ ਜਾਏ, 2 ਦਿਨ ਸਿਰ ਪੀੜ ਨਾ ਹਟੇ, ਤੇ ਅਸੀਂ ਪੈਰਾਸੀਟਾਮੋਲ ਦੀ ਗੋਲੀ ਨਹੀਂ 5 ਪੈਸਿਆਂ ਦੀ ਲਿਆ ਕੇ ਖਾਂਦੇ। ਅਸੀਂ ਕਿਸੇ ਬਾਬੇ ਨੂੰ 51 ਪਾਉਂਡ ਦੇ ਕੇ ਫਾਂਡਾ ਕਰਾ ਲੈਂਦੇ, ਹੱਥ ਹੌਲਾ ਕਰਾਉਣ ਤੁਰ ਪੈਂਦੇ ਆ, ਜਾਂ ਕਿਤੇ ਵਾਰਸ ਰਾਪ ਵਾਲੇ ਪਾਸੇ ਤੁਰ ਪੈਂਦੇ ਆ, ਜਾਂ ਕਿਸੇ ਜੋਤਸ਼ੀ ਨੂੰ ਹੱਥ ਵਿਖਾਉਣ ਲਈ ਤੁਰ ਪੈਂਦੇ ਆ, ਕਿਸੇ ਮੜੀ ਕਬਰ ਵੱਲ ਤੁਰ ਪੈਂਦੇ ਆ। ਇੰਨੀ ਕੀ ਆਮ ਬੰਦੇ ਦੀ ਗੱਲ ਹੁੰਦੀ ਹੈ। ਲੇਕਿਨ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਹ ਰੱਬੀ ਰਜ਼ਾ ਦੇ ਵਿੱਚ ਹੈ। ਰਜ਼ਾ ਤੋਂ ਬਾਹਰ, ਭਾਣੇ ਤੋਂ ਬਾਹਰ, ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਕੋਈ ਵੀ ਕੁਝ ਨਹੀਂ ਕਰ ਸਕਦਾ ਹੈ। ਇਸ ਲਈ ਉਹ ਰੱਬੀ ਹੁਕਮ, ਭਾਣੇ ਨੂੰ ਕਦੇ ਵੀ ਨਹੀਂ ਛੱਡਦਾ। ਨਾਨਕ ਮਨ ਤਨ ਚਾਓ ਇਹ, ਨਿਤ ਪ੍ਰਭ ਕੋ ਲੋੜੇ। ਗੁਰੂ ਪਾਤਸ਼ਾਹ, ਲੋੜੇ ਦਾ ਮਤਲਬ ਚਾਹੁੰਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਿਫਤ ਸਲਾਹ ਕਰਨ ਵਾਲੇ ਦੇ ਮਨ ਵਿੱਚ ਵੀ ਔਰ ਤਨ ਦੇ ਅੰਦਰ ਵੀ ਚਾਹ ਬਣਿਆ ਰਹਿੰਦਾ ਹੈ। ਨਿਤ ਪ੍ਰਭ ਕੋ ਲੋੜੇ, ਲੋੜੇ ਦਾ ਮਤਲਬ ਚਾਹੁੰਦਾ ਹੈ। ਉਹਦੇ ਅੰਦਰ ਪ੍ਰਭੂ ਦੇ ਨਾਲ ਮਿਲਣ ਦੀ ਚਾਹਤ ਹੈ, ਪ੍ਰਭੂ ਦੇ ਨਾਲ ਮਿਲਣ ਦੀ ਤਾਂਘ ਹੈ। ਉਹ ਹਰ ਵਕਤ, ਨਿਤ ਦਾ ਮਤਲਬ ਹਰ ਰੋਜ਼, ਹਰ ਸਮੇਂ, ਹਰ ਪਲ ਪ੍ਰਭੂ ਨੂੰ ਹੀ ਚਾਹੁੰਦਾ ਹੈ, ਪ੍ਰਭੂ ਦੇ ਗੁਣਾਂ ਨੂੰ ਚਾਹੁੰਦਾ ਹੈ, ਰੱਬੀ ਰਜ਼ਾ ਦੇ ਵਿੱਚ ਉਹ ਤੁਰਨਾ ਚਾਹੁੰਦਾ ਹੈ। ਉਹਦੀ ਕੋਈ ਚਾਹਤ ਹੀ ਨਹੀਂ ਹੈ, ਉਹਦੇ ਅੰਦਰ ਚਾਹ ਹੈ। ਉਹ ਚਾਹ ਦੇ ਨਾਲ ਗੁਣਾਂ ਦਾ ਵਰਤੋਂ ਕਰਦਾ ਹੈ। ਖੁਸ਼ੀ ਹੈ ਉਹਦੇ ਅੰਦਰ, ਬੱਧਾ ਰੁੱਦਾ ਨਹੀਂ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਿ ਕਿਸੇ ਨੇ ਕਿਹਾ ਵੀ ਚਲਾ ਗੁਰਦੁਆਰੇ ਚੱਲਣਾ, ਯਾਰ ਟਾਈਮ ਤੇ ਨਹੀਂ ਹੈ, ਜੀ ਤੇ ਨਹੀਂ ਕਰਦਾ, ਪਰ ਚੱਲ ਤੂੰ ਕਹਿੰਦਾ ਤੇ ਤੁਰ ਚੱਲਦੇ। ਐਵੇਂ ਨਹੀਂ ਹੈ। ਉਹਦੇ ਅੰਦਰ ਚਾਹ ਹੈ ਸੱਚ ਬੋਲਣ ਦਾ, ਉਹਦੇ ਅੰਦਰ ਚਾਹ ਹੈ ਦਇਆ ਕਰਨ ਦਾ, ਉਹਦੇ ਅੰਦਰ ਖੁਸ਼ੀ ਉਹਨੂੰ ਮਿਲਦੀ ਹੈ ਕਿਸੇ ਦੀ ਹੈਲਪ ਕਰਕੇ, ਕਿਸੇ ਦੀ ਸੇਵਾ ਕਰਕੇ। ਉਹਨੂੰ ਖੁਸ਼ੀ ਮਿਲਦੀ ਹੈ ਨਿਰਭੈਤਾ ਔਰ ਨਿਰਵੈਰਤਾ ਵਾਲੀ ਜ਼ਿੰਦਗੀ ਜੀ ਕੇ। ਉਹਨੂੰ ਖੁਸ਼ੀ ਮਿਲਦੀ ਹੈ ਆਪਣੇ ਕਾਰਜ ਆਪ ਸਵਾਰ ਕੇ। ਉਹਨੂੰ ਖੁਸ਼ੀ ਮਿਲਦੀ ਹੈ ਰੱਬੀ ਰਜ਼ਾ ਦੇ ਵਿੱਚ ਤੁਰ ਕੇ। ਉਹਦੇ ਅੰਦਰ ਚਾਹ ਹੈ, ਉਹਦੀ ਜ਼ਿੰਦਗੀ ਦੇ ਅੰਦਰ ਚਾਹ ਹੈ। ਉਹਨੂੰ ਇਸ ਗੱਲ ਦਾ ਪਤਾ ਹੈ, ਆਗਾਂ ਹੂੰ ਪੁੱਤਰਾਗ, ਪਿੱਛਾ ਫੇਰ ਨਾ ਮੋਢੜਾ, ਨਾਨਕ ਸਿੱਧ ਇਵੇ ਹਵਾਰ, ਬਹੁੜ ਨਾ ਹੋਵੇ ਜਨਮੜਾ। ਉਹਨੂੰ ਚਾਹ ਹੈ, ਉਹਦੇ ਅੰਦਰ ਖੁਸ਼ੀਆਂ ਨੇ, ਉਹਦੇ ਅੰਦਰ ਚੜ੍ਹਦੀ ਕਲਾ ਹੈ।
ਔਰ ਉਹ ਆਗਾਹ ਪੁੱਤਰਾਂਗ ਦਾ ਮਤਲਬ ਅੱਗੇ ਅੱਗੇ ਵਾਸਤੇ ਸੋਚਦਾ ਹੈ, ਪੋਜ਼ਿਟਿਵ ਸੋਚਦਾ ਹੈ, ਸਕਾਰਾਤਮਕ ਸੋਚਦਾ ਹੈ, ਔਰ ਇਹ ਕੰਮ ਉਹ ਚਾਹ ਦੇ ਨਾਲ ਕਰਦਾ। ਹੁਣ ਸਾਡੀ ਜ਼ਿੰਦਗੀ ਵਿੱਚ ਚਾਹ ਹੋਣਾ ਚਾਹੀਦਾ, ਇਹੀ ਭਗਤੀ ਹੈ। ਸਾਡੇ ਅੰਦਰ ਚਾਹ ਹੋਵੇ ਕਿ ਮੈਂ ਸੱਚ ਬੋਲਣਾ ਹੈ, ਸਾਰਾ ਦਿਨ ਸੱਚ ਬੋਲਣਾ ਹੈ, ਸੱਚ ਸੁਣਨਾ ਹੈ, ਸੱਚ ਕਮਾਣਾ ਹੈ, ਸੱਚੀ ਸੋਚ ਰੱਖਣੀ। ਸਾਡੇ ਅੰਦਰ ਚਾਹ ਹੋਵੇ ਇਸ ਗੱਲ ਦਾ ਕਿ ਅਸੀਂ ਇੱਕ ਦੂਜੇ ਨਾਲ ਪਿਆਰ ਕਰਨਾ ਹੈ, ਇਨਸਾਨਾਂ ਦੇ ਨਾਲ, ਇਨਸਾਨੀਅਤ ਦੇ ਨਾਲ ਪਿਆਰ ਕਰਨਾ ਹੈ। ਚਾਹ ਹੋਣਾ ਚਾਹੀਦਾ ਨਾ ਇਸ ਚੀਜ਼ ਦਾ। ਸਾਡੇ ਅੰਦਰ ਚਾਹ ਹੋਵੇ ਕਿ ਮੈਂ ਨਿਰਭੈਤਾ ਨਿਰਵੈਰਤਾ ਵਾਲੀ ਜ਼ਿੰਦਗੀ ਜੀਣੀ ਹੈ, ਲੇਕਿਨ ਚਾਹ ਹੀ ਨਹੀਂ ਹੈ, ਖੁਸ਼ੀ ਹੀ ਨਹੀਂ ਹੈ, ਖੇੜਾ ਹੀ ਨਹੀਂ ਹੈ, ਇਹਨਾਂ ਚੀਜ਼ਾਂ ਬਾਰੇ ਤੇ ਚਾਹ ਹੀ ਨਹੀਂ। ਚਾਹ ਬੰਦੇ ਨੂੰ ਚੜਦਾ ਹੈ, ਕਿਸੇ ਦੀ ਨਿੰਦਿਆ ਕਰਨੀ ਹੋਵੇ ਨਾ, ਫਿਰ ਕਿਆ ਚਾਹ ਚੜਦਾ ਹੈ। ਅੱਜ ਮੈਂ ਫਲਾਂ ਬੰਦੇ ਦੀ ਬੜੀ ਬੇਇੱਜ਼ਤੀ ਕੀਤੀ, ਉਹਦੀ ਮੈਂ ਬੜੀ ਮਿੱਟੀ ਪੁੱਟੀ, ਉਹਨੂੰ ਮੈਂ ਬੋਲਣ ਨਹੀਂ ਦਿੱਤਾ। ਕਿੰਨਾ ਚਾਹ ਚੜਦਾ ਨਾ ਸਾਨੂੰ ਚਾਹ ਚੜਨਾ ਚਾਹੀਦਾ ਵੀ ਅੱਜ ਮੈਂ ਕਿਸੇ ਦਾ ਮਾਣ ਕਰਨਾ ਹੈ, ਆਦਰ ਕਰਨਾ ਹੈ, ਸਤਿਕਾਰ ਕਰਨਾ ਹੈ। ਸਾਡੇ ਅੰਦਰ ਚਾਹ ਹੋਵੇ ਕਿ ਅੱਜ ਮੈਂ ਕਿਸੇ ਰੋਂਦੇ ਨੂੰ ਚੁੱਪ ਕਰਾਉਣਾ ਹੈ, ਕਿਸੇ ਨੈਗੇਟਿਵ ਨੂੰ ਮੈਂ ਪੋਜ਼ਿਟਿਵ ਕਰਨਾ ਹੈ, ਕਿਸੇ ਦੇ ਮੈਂ ਜ਼ਖਮ ਸਾਫ਼ ਕਰਕੇ ਮਲਮ ਲਗਾਣੀ ਹੈ, ਕਿਸੇ ਮੈਂ ਡਿੱਗੇ ਨੂੰ ਉਠਾਉਣਾ ਹੈ, ਕਿਸੇ ਬੰਦੇ ਨੂੰ ਮੈਂ ਤਰਵਾਸ ਦੇਣਾ ਹੈ, ਕਿਸੇ ਦੀ ਮੈਂ ਹੈਲਪ ਕਰਨੀ ਹੈ, ਕਿਸੇ ਨੂੰ ਮੈਂ ਚੰਗਾ ਗਾਈਡ ਕਰਨਾ ਹੈ। ਚਾਹ ਹੋਣਾ ਚਾਹੀਦਾ ਨਾ ਇਹ ਚੀਜ਼ਾਂ ਦਾ, ਪਰ ਉਤਸ਼ਾਹ ਹੀ ਨਹੀਂ ਹੈ, ਚਾਹ ਹੀ ਨਹੀਂ ਹੈ। ਤਾਂ ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਦੇ ਜੀਵਨ ਦੀ ਇਹ ਨਿਸ਼ਾਨੀ ਹੈ ਕਿ ਉਹਨਾਂ ਦੇ ਮਨ ਵਿੱਚ ਵੀ ਚਾਹ ਹੈ, ਯਾਨੀ ਅੰਦਰ ਵੀ ਸੋਚ ਇਹ ਹੋਈ ਹੈ ਗੁਣਾ ਵਾਲੀ। ਹਮੇਸ਼ਾ ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਖੁਸ਼ੀ ਦੇ ਨਾਲ ਉਹ ਕੰਮ ਕਰਦੇ ਨੇ। ਤੇ ਉਹਨਾਂ ਦੇ ਤਨ ਦੇ ਵਿੱਚ ਵੀ ਚਾਹ ਹੈ, ਭਾਵ ਉਹ ਮਨ ਔਰ ਤਨ ਕਰਕੇ ਇੱਕੋ ਹੀ ਨੇ। ਅੰਦਰ ਵੀ ਉਹਨਾਂ ਦੇ ਸੱਚ ਬੋਲਣ ਦਾ ਚਾਹ ਹੈ, ਤੇ ਬਾਹਰੀ ਤੌਰ ਤੇ ਵੀ ਉਹ ਸੱਚੀ ਜ਼ਿੰਦਗੀ ਜੀ ਰਹੇ ਨੇ। ਅੰਦਰ ਵੀ ਉਹਨਾਂ ਦੇ ਅੰਦਰ ਪ੍ਰੇਮ ਦੀ ਭਾਵਨਾ ਹੈ, ਤੇ ਬਾਹਰ ਵੀ ਉਹ ਪਿਆਰ ਨਾਲ ਜੀ ਰਹੇ ਨੇ। ਅੰਦਰ ਵੀ ਉਹਨਾਂ ਦੇ ਅੰਦਰ ਨਿਰਭੈਤਾ ਦੀ ਭਾਵਨਾ ਹੈ, ਤੇ ਬਾਹਰ ਵੀ ਉਹ ਨਿਰਭੈਤਾ ਵਾਲੀ ਜ਼ਿੰਦਗੀ ਜੀ ਰਹੇ ਨੇ। ਅੰਦਰ ਵੀ ਉਹਨਾਂ ਦੇ ਸੇਵਾ ਵਾਸਤੇ ਚਾਹ ਹੈ, ਤੇ ਬਾਹਰ ਵੀ ਉਹ ਕਿਸੇ ਦਾ ਸਹਿਯੋਗ ਕਰ ਰਹੇ ਨੇ। ਇਹਨੂੰ ਕਹਿੰਦੇ ਨੇ ਮਨ ਔਰ ਤਨ ਕਰਕੇ ਚਾਹ। ਅੰਦਰ ਵੀ ਚਾਹ ਹੈ ਕਿ ਮੈਂ ਆਪਣੀ ਕਿਰਤ ਕਰਨੀ ਹੈ ਚਾਹ ਦੇ ਨਾਲ, ਤੇ ਬਾਹਰੋਂ ਵੀ ਉਹ ਚਾਹ ਦੇ ਨਾਲ ਕਰ ਰਹੇ ਨੇ। ਦੇਖੋ, ਜੇਕਰ ਅਸੀਂ ਇਸ ਚੀਜ਼ ਨੂੰ ਅਪਣਾ ਲਈਏ ਤਾਂ ਸਾਡੀ ਜ਼ਿੰਦਗੀ ਕਿੰਨੀ ਸੁਖਾਲੀ ਹੋ ਸਕਦੀ। ਇਹਨਾਂ ਚੀਜ਼ਾਂ ਨੂੰ ਹੁਣ ਆਪਣੇ ਘਰ ਪਰਿਵਾਰ ਵਿੱਚ, ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਵੇਖੋ। ਹੁਣ ਸਵੇਰੇ ਉੱਠੋ ਤੇ ਚਾਹ ਦੇ ਨਾਲ ਉੱਠੋ, ਖੁਸ਼ੀ ਹੋਏ ਕਿ ਦਿਨ ਚੜ ਗਿਆ ਹੈ, ਕਿਆ ਬਾਤ, ਉੱਠਨੇ ਆ ਵੀ ਹੁਣ ਇਸ਼ਨਾਨ ਕਰਨੇ ਆ, ਕਿਆ ਬਾਤ, ਰਾਤ ਦੇ ਭਾਂਡੇ ਪਏ ਨੇ, ਭਾਂਡੇ ਮਾਂਜਦੇ ਆ, ਚਾਹ ਦੇ ਨਾਲ ਘਰ ਦੀ ਸਫਾਈ ਕਰਨੇ ਆ, ਚਾਹ ਦੇ ਨਾਲ ਅੱਜ ਕੁਛ ਬਣਾ ਕੇ ਤੇ ਕੁਛ ਛੱਕ ਦੇ ਛਕਾਉਂਦੇ ਆ। ਯਾਨੀ ਚਾਹ ਹੋਏ ਨਾ, ਹਮੇਸ਼ਾ ਚਾਹ ਚੜਿਆ ਰਹੇ। ਜੇ ਕਿਸੇ ਮਹਿਮਾਨ ਨੇ ਆਉਣਾ ਉਹਦੇ ਵਾਸਤੇ ਖੁਸ਼ੀ ਹੋਏ, ਜੇ ਕਿਸੇ ਨੂੰ ਮਿਲਣ ਵਾਸਤੇ ਜਾਣਾ ਤਾਂ ਖੁਸ਼ੀ ਹੋਏ, ਸੱਚ ਬੋਲਣ ਦੀ ਖੁਸ਼ੀ, ਪ੍ਰੇਮ ਨਾਲ। ਜੇ ਜ਼ਿੰਦਗੀ ਦੇ ਅੰਦਰ ਇਹ ਚੀਜ਼ਾਂ ਆ ਜਾਣ ਤਾਂ ਕਿੰਨਾ ਸੌਖਾ ਹੋ ਜਾਏਗਾ। ਪਤੀ ਪਤਨੀ ਹੈ, ਚਾਹ ਦੇ ਨਾਲ ਇੱਕ ਦੂਜੇ ਦੇ ਨਾਲ ਵਰਤਨ ਮਿਲਣ ਕਿ ਅੱਜ ਸਾਰਾ ਦਿਨ ਖੁਸ਼ ਰਹਿਣਾ, ਚਾਹ ਚੜਿਆ ਹੋਵੇ, ਪੋਜ਼ਿਟਿਵ ਥਿੰਕਿੰਗ ਹੋਏ, ਸਕਾਰਾਤਮਕ ਸੋਚ ਹੋਏ, ਤਾਂ ਜੀਵਨ ਕਿੰਨਾ ਸੌਖਾ ਹੋ ਜਾਏਗਾ, ਕਿੰਨਾ ਸੁਖਾਲਾ ਹੋ ਜਾਏਗਾ, ਕਿੰਨੀਆਂ ਖੁਸ਼ੀਆਂ ਆ ਜਾਣਗੀਆਂ, ਕਿੰਨੀਆਂ ਅਸੀਂ ਖੁਸ਼ੀਆਂ ਮਾਣ ਸਕਦੇ ਹਾਂ। ਪਰ ਸਾਡੇ ਅੰਦਰ ਕੋਈ ਉਤਸ਼ਾਹ ਹੀ ਨਹੀਂ ਹੁੰਦਾ। ਬਹੁਤੀ ਵਾਰ, ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਲੋਕਾਂ ਦੇ ਅੰਦਰ ਉਤਸ਼ਾਹ ਨਹੀਂ ਹੈ। ਗੱਲਾਂ ਕਰ ਰਹੇ ਹਾਂ, ਲੇਕਿਨ ਇਹਨਾਂ ਚੀਜ਼ਾਂ ਨੂੰ ਅਪਣਾਉਣ ਵਾਸਤੇ, ਪ੍ਰੈਕਟੀਕਲੀ ਜ਼ਿੰਦਗੀ ਜੀਣ ਵਾਸਤੇ ਉਤਸ਼ਾਹ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਉਤਸ਼ਾਹ ਹੁੰਦਾ ਹੈ। ਨਾਨਕ ਮਨ ਤਨ ਚਾਓ ਇਹ ਨਿਤ ਪ੍ਰਭ ਕੋ ਲੋੜੇ। ਉਹਨਾਂ ਦੇ ਅੰਦਰ ਇਹ ਚਾਹ ਹੁੰਦਾ ਹੈ, ਉਤਸ਼ਾਹ ਹੁੰਦਾ ਹੈ ਕਿ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ, ਰੱਬੀ ਰਜ਼ਾ ਦੇ ਅੰਦਰ ਤੁਰਨਾ ਹੈ। ਇਹ ਉਹਨਾਂ ਨੂੰ ਹਮੇਸ਼ਾ ਚਾਹ ਚੜਿਆ ਹੁੰਦਾ ਹੈ, ਸ਼ੌਕ ਦੇ ਨਾਲ ਇਹ ਜ਼ਿੰਦਗੀ ਜੀਂਦੇ ਨੇ। ਉਹਨਾਂ ਦੇ ਅੰਦਰ ਸ਼ੌਕ ਹੁੰਦਾ ਹੈ, ਚਾਹ ਹੁੰਦਾ ਹੈ, ਚੜ੍ਹਦੀ ਕਲਾ ਹੁੰਦੀ ਹੈ, ਸਕਾਰਾਤਮਕ ਸੋਚ ਹੁੰਦੀ ਹੈ। ਗੁਰੂ ਸਾਹਿਬ ਜੀ ਰਹਿਮਤ ਕਰਨ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਅੰਦਰ ਐਸਾ ਚਾਹ ਪੈਦਾ ਕਰ ਸਕੀਏ। ਹੁਣ ਇਸ ਪੰਕਤੀ ਦੇ ਅੱਗੇ ਆਪ ਪੜ੍ਹ ਰਹੇ ਹੋ, ਨਾਨਕ ਮਨ ਤਨ ਚਾਓ ਇਹ ਨਿਤ ਪ੍ਰਭ ਕੋ ਲੋੜੇ। ਅੱਗੇ ਸ਼ਬਦ ਆ ਗਿਆ ਹੈ 21। 21 ਗਿਣਤੀ ਹੈ, ਯਾਨੀ ਇਸ ਵਾਰ ਦੇ ਵਿੱਚ 21 ਪੌੜੀਆਂ ਨੇ। 21 ਦੇ ਅੱਗੇ 2 ਡੰਡੀਆਂ ਲਗਾ ਕੇ ਫਿਰ ਅੱਗੇ 1 ਲਿਖਿਆ ਹੈ, ਫਿਰ 2 ਡੰਡੀਆਂ ਲਗਾਈਆਂ। ਇੱਥੇ 1 ਦਾ ਮਤਲਬ ਹੈ ਕਿ ਇਹ ਇੱਕ ਵਾਰ ਪੂਰੀ ਹੋ ਗਈ ਹੈ, ਇੱਕ ਵਾਰ ਪੂਰੀ ਹੋਈ ਹੈ ਜਿਹਦੇ ਵਿੱਚ 21 ਪੌੜੀਆਂ ਨੇ। ਪਹਿਲੀ ਪੌੜੀ ਤੋਂ ਬਾਅਦ 1 2 3 4 18 20 21 21 ਤੱਕ ਲਗਾਤਾਰ ਗਿਣਤੀ ਆਈ ਹੈ, ਯਾਨੀ 21 ਪੌੜੀਆਂ ਨੇ। ਅੱਗੇ 2 ਡੰਡੀਆਂ ਪਾ ਕੇ 1 ਲਿਖ ਦਿੱਤਾ ਹੈ, ਮਤਲਬ ਇਹ ਇੱਕ ਵਾਰ ਪੌੜੀ ਪੂਰੀ ਹੋ ਗਈ ਹੈ। ਇਸ ਇੱਕ ਵਾਰ ਦੇ ਅੰਦਰ 21 ਪੌੜੀਆਂ ਨੇ, ਕਿਉਂਕਿ ਜੋ ਵਾਰਾਂ ਨੇ, ਪੌੜੀਆਂ ਨੂੰ ਹੀ ਵਾਰ ਕਹਿੰਦੇ ਨੇ। ਸ਼ਲੋਕ ਜੋ ਨੇ
ਬਾਅਦ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਲੋਕ ਜਿਹੜੇ ਨੇ ਇਹ ਨਾਲ ਲਗਾਏ ਨੇ ਜੋ ਅਰਥ ਭਾਵਾਂ ਦੇ ਨਾਲ ਮਿਲਦੇ ਗਏ ਸਨ। ਇਸ ਕਰਕੇ ਗਿਣਤੀ ਸ਼ਲੋਕਾਂ ਦੀ ਨਹੀਂ ਕੀਤੀ ਜਾਂਦੀ, ਗਿਣਤੀ ਪੌੜੀਆਂ ਦੀ ਕੀਤੀ ਜਾਂਦੀ ਹੈ। ਤਾਂ ਇੱਥੇ 21 ਤੋਂ ਭਾਵ ਇਸ ਵਾਰ ਦੇ ਵਿੱਚ 21 ਪੌੜੀਆਂ ਨੇ ਔਰ ਇੱਕ ਵਾਰ ਪੂਰੀ ਹੋ ਗਈ ਹੈ। ਅੱਗੇ ਲਿਖਿਆ ਹੈ ਸੁਧ ਕੀਚੈ, ਇਹਦੇ ਬਾਰੇ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਇਹ ਪਾਠ ਦਾ ਅੰਗ ਨਹੀਂ ਹੈ, ਇਹ ਪਾਠਕ ਵਾਸਤੇ ਹੈ, ਇੱਕ ਸੂਚਨਾ ਹੈ। ਇਸ ਲਈ ਜੇ ਕੋਈ ਪੜ੍ਹਦਾ ਵੀ ਹੈ ਤਾਂ ਉਹਦੇ ਵਿੱਚ ਕੋਈ ਇਤਰਾਜ਼ ਨਹੀਂ, ਜੇ ਕੋਈ ਨਹੀਂ ਪੜ੍ਹਦਾ ਤੇ ਤਾਂ ਕੋਈ ਨਾ, ਕਿਉਂਕਿ ਇਹ ਸੂਚਨਾ ਹੈ, ਪਾਠ ਨਾਲ ਦਾ ਸੰਬੰਧ ਨਹੀਂ ਹੈ। ਤਾਂ ਅੱਜ ਇਹ ਵਾਰ ਇੱਥੇ ਸਮਾਪਤ ਹੁੰਦੀ ਤੇ ਅੱਜ ਦੀ ਵਿਚਾਰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਅਗਲੀ ਵਾਰ ਜਿਹੜੀ ਹੈ ਉਹ ਅਸੀਂ ਕੱਲ ਨੂੰ ਸ਼ੁਰੂ ਕਰਾਂਗੇ। ਤੇ ਅੱਜ ਵਾਰ ਖਤਮ ਕਰ ਰਹੇ ਹਾਂ ਤੇ ਨਾਲ ਫਿਰ ਮੈਂ ਬੇਨਤੀ ਕਰਾਂਗਾ, ਕਿਉਂਕਿ ਸਾਡੇ ਕੋਲ ਅੱਜ ਟਾਈਮ ਹੈ ਵੀ 25 ਮਿੰਟ ਹੋਰ ਹਾਲੇ, ਤੇ ਉਹ ਇਸ ਕਰਕੇ ਕਿ ਸਾਨੂੰ ਇਸ ਵਾਰ ਦੇ ਵਿੱਚੋਂ ਨਵਾਂ ਸਿੱਖਣ ਨੂੰ ਕੀ ਮਿਲਿਆ ਹੈ, ਕਿਉਂਕਿ ਸਾਨੂੰ ਕਰੀਬ ਸਾਲ ਤੋਂ ਉੱਤੇ ਹੋ ਗਿਆ ਹੈ ਇਹਨਾਂ ਵਾਰਾਂ ਦੀ ਵਿਚਾਰ ਕਰਦੇ ਹੋਏ। ਅਸੀਂ ਜਪਜੀ ਸਾਹਿਬ ਆਸਾ ਕੀ ਵਾਰ ਦੇ ਵਿੱਚ ਵਿਚਾਰਾਂ ਕਰ ਚੁੱਕੇ ਹਾਂ ਕਿ ਅਸੀਂ ਨਵਾਂ ਬਾਣੀ ਦੇ ਵਿੱਚ ਕੀ ਸਿੱਖਿਆ। ਤੇ ਅੱਜ ਸਾਡੇ ਕੋਲ 20-25 ਮਿੰਟ ਜਾਂ ਅੱਧਾ ਘੰਟਾ ਟਾਈਮ ਹੈ, ਤਾਂ ਸਾਰੇ ਵੀਰ ਭੈਣਾਂ ਆਪਣੇ ਵਿਚਾਰ ਜ਼ਰੂਰ ਦੇਣ ਦੀ ਖੇਚਲ ਕਰੋ ਕਿ ਜੋ ਵੀ ਸਾਨੂੰ 1 ਸਾਲ ਤੋਂ ਉੱਤੇ ਹੋ ਗਿਆ ਹੈ ਤਾਂ ਅਸੀਂ ਬਾਣੀ ਦੇ ਵਿੱਚ ਨਵਾਂ ਕੀ ਸਿੱਖਿਆ ਹੈ, ਜਾਂ ਨਵਾਂ ਸਾਨੂੰ ਕੀ ਮਿਲਿਆ ਹੈ, ਜਾਂ ਨਵਾਂ ਅਸਾਂ ਕੀ ਸੋਚਿਆ ਹੈ। ਪਹਿਲਾਂ ਅਸੀਂ ਕਿਵੇਂ ਸੋਚਦੇ ਸੀ, ਹੁਣ ਸਾਡੀ ਸੋਚ ਦੇ ਅੰਦਰ ਕੀ ਫਰਕ ਪਿਆ ਹੈ, ਜਾਂ ਸਾਨੂੰ ਕੀ ਠੀਕ ਲੱਗਾ ਹੈ, ਔਰ ਕੀ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਚੇਂਜਿੰਗਸ ਲਿਆਂਦੀਆਂ ਨੇ, ਕੋਈ ਬਦਲਾਵ ਆਇਆ ਹੈ ਤਾਂ ਉਹਦਾ ਸਾਨੂੰ ਲਾਭ ਹੋ ਸਕਦਾ ਹੈ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅਗਲੀ ਵਿਚਾਰ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ, ਤੇ ਜੋ ਕੱਲ ਨੂੰ ਆਪਾਂ ਵਿਚਾਰ ਕਰਨੀ ਹੈ ਮੈਂ ਉਹਦੇ ਬਾਰੇ ਥੋੜਾ ਜਿਹਾ ਆਪ ਦੇ ਨਾਲ ਦੱਸ ਦਿਆਂ ਕਿ ਉਹ ਜੋ ਹੈ ਅਸੀਂ ਕੱਲ ਨੂੰ ਕਰਾਂਗੇ ਵਿਚਾਰ ਜਿਹੜੀ ਹੈ ਗੂਜਰੀ ਕੀ ਵਾਰ ਮਹਿਲਾ ਤੀਜਾ। ਕੱਲ ਤੋਂ ਵਿਚਾਰ ਕਰਾਂਗੇ ਗੂਜਰੀ ਕੀ ਵਾਰ ਮਹਿਲਾ ਤੀਜਾ। ਇਹ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 508 ਤੋਂ ਸ਼ੁਰੂ ਹੁੰਦੀ ਹੈ। ਗੂਜਰੀ ਕੀ ਵਾਰ ਮਹਿਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਤੀਜਾ, ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਦਨਾ ਹੈ, ਗੁਰ ਕੈ ਭਾਣੇ ਜੋ ਚੱਲੇ, ਤਾਂ ਜੀਵਨ ਪਦਵੀ ਪਾਹੇ। 508 ਸਫੇ ਤੋਂ ਇਹ ਵਾਰ ਸ਼ੁਰੂ ਹੁੰਦੀ ਹੈ। ਤਾਂ ਅੱਜ ਦੀ ਵਿਚਾਰ ਮੈਂ ਇੱਥੇ ਸਮਾਪਤ ਕਰਦਾ। ਜੇ ਕਿਸੇ ਵੀਰ ਭੈਣ ਦਾ ਕੋਈ ਅੱਜ ਦੇ ਬਾਰੇ ਕੋਈ ਸਵਾਲ ਹੈ ਉਹ ਵੀ ਆਪ ਕਰ ਸਕਦੇ ਹੋ, ਤੇ ਅੱਜ ਅਸਾਂ ਇਹਨਾਂ ਵਾਰਾਂ ਦੇ ਵਿੱਚੋਂ ਕੀ ਸਿੱਖਿਆ ਹੈ ਉਹ ਵਿਚਾਰ ਵੀ ਆਪ ਜ਼ਰੂਰ ਦੇਣ ਦੀ ਕਿਰਪਾਲਤਾ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।